ਪ੍ਰਸ਼ਾਸਨ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਵੀ ਡੀਸੀ ਤੱਕ ਅਸੀਂ ਪ੍ਰਸ਼ਾਸਨ ਨੂੰ ਮਿਲੇ ਕਿ ਇਸ ਸੜਕ ਦੀ ਰਿਪੇਅਰ ਕੀਤੀ ਜਾਵੇ ਜਾਂ ਇਸ ਨਵੀਂ ਬਣਾਈ ਜਾਵੇ, ਲੇਕਿਨ ਉਹ ਸੜਕ ਉਸੇ ਮੌਜੂਦਾ ਹਾਲ ਦੇ ਵਿੱਚ ਹੀ ਰਹੀ ਹੈ। ਅੱਜ ਤੱਕ ਇਹ ਸੜਕ ਨੂੰ ਮੁੜ ਕੇ ਬਣਾਇਆ ਨਹੀਂ ਗਿਆ। ਇੱਕ ਦਰਿਆ ਦੀ ਸਫਾਈ ਦੇ ਬਹਾਨੇ ਦੁਬਾਰਾ ਮਾਈਨਿੰਗ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵੇਲੇ 4-4 ਕਿਲੋਮੀਟਰ ਤੋਂ ਬਲਕਿ ਪੂਰੇ ਤਲਵਣ ਦੇ ਵਿੱਚ ਵੀ ਜਿਹੜਾ ਪਾਣੀ ਥੱਲਾ ਕੈਮੀਕਲ ਵਾਲਾ ਪਾਣੀ ਹੈ, ਇਸ ਵੇਲੇ ਨਲਕਿਆਂ ਦੇ ਬੋਰਾਂ ਵਿੱਚੋਂ 250 ਫੁੱਟ ਤੱਕ ਚਲੇ ਗਿਆ ਆ, ਉਹ ਪੀਣ ਦੇ ਯੋਗ ਨਹੀਂ ਰਿਹਾ। ਸਾਨੂੰ ਇਹੀ ਲੱਗ ਰਿਹਾ ਵੀ ਸਰਕਾਰ ਅੱਜ ਵੀ ਚੰਡੀਗੜ੍ਹ ਤੋਂ ਹੀ ਚੱਲ ਰਹੀ ਹੈ। ਮੈਂ ਕਿਹਾ ਮੈਡਮ ਜੀ, ਤੁਸੀਂ ਸਾਡੇ ਨਾਲ ਭਰੋਸਾ ਕੀਤਾ ਸੀਗਾ ਵੀ ਨਹੀਂ ਚੱਲੂਗੀ ਉਹ ਢਗਾਰੇ ਵਾਲੀ ਖੱਡ, ਉਹ ਤਾਂ ਸਾਡੇ ਖੇਤਾਂ ਦੇ ਵਿੱਚ ਕੰਡਾ ਲੱਗ ਗਿਆ। ਇਹ ਜੋ ਕਹੀ ਜਾਂਦੇ ਸੀਗੇ ਬੀਬੀ ਦੇ ਇੱਕ ਹੱਥ ਸਾਡੇ ਸਿਰ ਤੇ ਇੱਕ ਤੁਹਾਡੇ ਤੇ ਆ, ਸਾਨੂੰ ਕਹਿੰਦੀ ਆ ਵੀ ਤੁਸੀਂ ਬੈਠੇ ਰਹੋ, ਜਾਇਜ਼ ਬੈਠੇ ਆ, ਤੇ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਇੰਨੀ ਦੇਰ ਕਿਉਂ ਕਰੀ ਜਾਂਦੇ ਆ, ਚਲਾਓ ਛੇਤੀ, ਰੇਤਾ ਹੈ ਨਹੀਂ, ਰੇਤੇ ਦੀ ਬਹੁਤ ਜ਼ਿਆਦਾ ਸ਼ਾਰਟ ਆਈ ਆ, ਰੇਤਾ ਮਹਿੰਗਾ ਹੋ ਜਾਣਾ। ਇਹ ਸਾਨੂੰ ਪਤਾ ਆ ਵੀ ਟਾਈਮ ਤਾਂ ਜ਼ਰੂਰ ਲੱਗਣਾ ਆ, ਪਰ ਟਾਈਮ ਲੱਗਣਾ ਤਾਂ ਸਾਨੂੰ ਆ ਕੇ ਕੋਈ ਨਾ ਕੋਈ ਸਾਨੂੰ ਦੱਸੇ ਤਾਂ ਸਹੀ। ਇਹ ਸਿਰਫ ਸਾਨੂੰ ਉਹ ਲੱਕੜ ਦਾ ਕਾਕਾ ਦੇ ਦਿੱਤਾ ਵੀ ਤੁਸੀਂ ਇਹਨੂੰ ਖੁਲਾਈ ਚੱਲੋ ਨਾ। ਜਦ ਇਹ ਹੁਣ ਜਦੋਂ ਦੇ ਸਾਡੇ ਨਾਲ ਰਲੇ ਆ, ਤਕਰੀਬਨ ਇਹ ਕਾਂਗਰਸੀ ਨਹੀਂ ਰਹੇ, ਕਾਂਗਰੇਟੀ ਬਣੇ ਆ। ਸਾਡਾ ਮੰਨ ਲਓ ਧਰਨੇ ਲਾਉਣ ਦਾ ਸਾਡਾ ਕੋਈ ਸ਼ੌਂਕ ਨਹੀਂਗਾ, ਪਰ ਸਾਨੂੰ ਸਾਡਾ ਉਹ ਤੇ ਜ਼ਮੀਨ ਢਗਾਰੀ ਜਿਹੜਾ ਕੰਡਾ ਲੱਗਾ ਬਿਲਕੁਲ ਸਾਡੇ ਖੂਹਾਂ ਦੇ ਲਾਗੇ ਲੱਗਾ। ਪਰ ਉਹ ਮਨਜ਼ੂਰੀ ਜਿਹੜੀ ਹਜੇ ਤੱਕ PWD ਤੱਕ ਪਹੁੰਚੀ ਨਹੀਂ, ਜਿਹਦੇ ਲਈ ਮੈਂ ਅਪਰੋਚ ਕਰ ਰਹੀ ਹਾਂ। ਮਨਜ਼ੂਰੀ ਆਉਣ ਤੋਂ ਬਾਅਦ ਉਹਦੇ ਟੈਂਡਰ ਲੱਗਣਗੇ, ਟੈਂਡਰ ਹੋਏਗਾ ਤਾਂ ਕੋਈ 2-2.5 ਮਹੀਨੇ ਦਾ ਇਹ ਪ੍ਰੋਸੈਸ ਆ, ਜਿਹੜੀ ਸਾਡੀ ਉਹ ਸੜਕ ਬਣਨੀ ਸ਼ੁਰੂ ਹੋਏਗੀ। ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਵੀ ਜਿੰਨੇ ਭਰੋਸੇ ਦੇ ਨਾਲ ਲੋਕਾਂ ਨੇ ਮੈਨੂੰ ਜਿਤਾਇਆ ਸੀ, ਕੁਝ ਸ਼ਰਾਰਤੀ ਅਨਸਰ, ਕੁਝ ਵਾਹਵਾ ਖੱਟਣ ਵਾਲੇ ਲੋਕ ਜਿਹੜੇ ਆ, ਉਹ ਲੀਗਲ ਮਾਈਨਿੰਗ ਵੀ ਮੇਰੀ ਝੋਲੀ ਪਾਉਂਦੇ ਆ, ਇਲੀਗਲ ਮਾਈਨਿੰਗ ਵੀ ਮੇਰੀ ਝੋਲੀ ਪਾਉਂਦੇ, ਜਦ ਕਿ ਮੇਰਾ 1 ਰੁਪਈਏ ਦਾ ਕਿਸੇ ਵੀ ਮਾਈਨਿੰਗ ਦੇ ਨਾਲ ਕੋਈ ਲੈਣ ਦੇਣ ਨਹੀਂ। ਲੀਗਲ ਮਾਈਨਿੰਗ ਨੂੰ ਬੰਦ ਕਰਵਾਉਣ ਵਾਸਤੇ ਮੈਂ ਰਾਤਾਂ ਜਾਗ ਕੇ ਇੱਥੇ ਛਾਪੇਮਾਰੀ ਕਰਵਾਈ ਆ। ਇਨਫੈਕਟ ਇੱਕ ਵਾਰੀ ਮੈਨੂੰ ਦੂਸਰੇ ਹਲਕੇ ਦੇ ਵਿੱਚ ਵੀ ਛਾਪੇਮਾਰੀ ਕਰਵਾਉਣੀ ਪੈ ਗਈ ਸੀ, ਕਿਉਂਕਿ ਉਹਦੀ ਨਿਕਾਸੀ ਜਿਹੜੀ ਆ ਵੇਰਾਂ ਖੱਡ ਦੀ, ਉਹ ਮੇਰੇ ਹਲਕੇ ਦੇ ਵਿੱਚ ਦੀ ਆਉਂਦੀ ਆ। ਸਵਾਗਤ, ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV। ਪੰਜਾਬ ਦੇ ਵਿੱਚ ਸਰਕਾਰ ਬਦਲੀ ਪਰ ਹਾਲਾਤ ਨਹੀਂ ਬਦਲੇ। ਕਿਉਂ ਨਹੀਂ ਬਦਲੇ? ਇਹ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਸ ਵਕਤ ਤਲਵਣ ਦੁਆਬੇ ਦਾ ਬਹੁਤ ਮਸ਼ਹੂਰ ਪਿੰਡ ਤਲਵਣ, ਜਿਹੜਾ ਬਿਲਕੁਲ ਸਤਲੁਜ ਦਰਿਆ ਦੇ ਨਾਲ ਲੱਗਦਾ ਆ। ਛੋਟੇ ਪਿੰਡਾਂ ਦੇ ਵਿੱਚੋਂ ਮਾਈਨਿੰਗ ਦੀਆਂ ਜਦੋਂ ਗੱਲਾਂ ਆਈਆਂ ਤਾਂ 10 ਸਾਲ ਪਹਿਲਾਂ ਜੇ ਸੜਕ 'ਤੇ ਅੱਜ ਸਾਰੇ ਕਿਸਾਨ ਬੈਠੇ ਨੇ, ਇਹ ਸੜਕ ਲੱਭ ਹੀ ਨਹੀਂ ਰਹੀ। ਵੱਡੇ ਵੱਡੇ ਟਿੱਪਰਾਂ ਨੇ ਵੱਡੇ ਵੱਡੇ ਟੋਏ ਪਾਏ, ਅੱਜ ਦਰੀ ਵਿਛਾ ਕੇ ਬੈਠੇ ਨੇ। ਪਿੰਡ ਵਾਸੀਆਂ ਤੋਂ ਜਾਣਦੇ ਆ, ਇਲਾਕਾ ਵਾਸੀਆਂ ਜਾਣਦੇ ਨੇ ਕਿ ਸਮੱਸਿਆ ਇੱਥੇ ਹੈ ਕੀ ਆ। ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਨੈਸ਼ਨਲ TV ਦਾ ਅਸੀਂ ਧੰਨਵਾਦ ਹਾਂ ਕਿ ਅੱਜ ਕੀ ਲੱਗ ਰਿਹਾ, ਸਮੱਸਿਆ ਕੀ ਹੈ? ਅਸਲ ਵਿੱਚ ਸਮੱਸਿਆ ਇਹ ਹੈ ਜੀ ਕਿ ਇੱਥੋਂ ਇਹ ਜਿਹੜਾ ਜਿੱਥੇ ਧਰਨਾ ਲਾਇਆ ਆ, ਇਹ ਸੜਕ ਨੂੰ ਤਕਰੀਬਨ 15 ਸਾਲ ਟੁੱਟੀ ਨੂੰ ਹੋ ਗਏ ਜੀ। ਇਹ ਤੋਂ ਮਾਈਨਿੰਗ ਕੀਤੀ ਗਈ, ਲੇਕਿਨ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਵੀ ਡੀਸੀ ਤੱਕ ਅਸੀਂ ਪ੍ਰਸ਼ਾਸਨ ਨੂੰ ਮਿਲੇ ਕਿ ਇਸ ਸੜਕ ਦੀ ਰਿਪੇਅਰ ਕੀਤੀ ਜਾਵੇ ਜਾਂ ਇਸ ਨਵੀਂ ਬਣਾਈ ਜਾਵੇ, ਲੇਕਿਨ ਉਹ ਸੜਕ ਉਸੇ ਮੌਜੂਦਾ ਹਾਲ ਦੇ ਵਿੱਚ ਹੀ ਰਹੀ ਹੈ। ਅੱਜ ਤੱਕ ਇਹ ਸੜਕ ਨੂੰ ਮੁੜ ਕੇ ਬਣਾਇਆ ਨਹੀਂ ਗਿਆ। ਲੇਕਿਨ ਇੱਕ ਦਰਿਆ ਦੀ ਸਫਾਈ ਦੇ ਬਹਾਨੇ ਦੁਬਾਰਾ ਮਾਈਨਿੰਗ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਰਕੇ ਕਿਉਂਕਿ ਇਹ ਸੜਕ ਟੁੱਟੀ ਹੋਣ ਕਰਕੇ ਸੜਕ ਦਾ ਪਤਾ ਨਹੀਂ ਹੈ ਵੀ ਇੱਥੇ ਸੜਕ ਹੁੰਦੀ ਸੀ ਜਾਂ ਨਹੀਂ ਹੁੰਦੀ ਸੀ। ਜੋ ਪਿੰਡ ਨਗਰ ਨਿਵਾਸੀ ਆ ਜਾਂ ਬਾਹਰ ਡੇਰਿਆਂ 'ਤੇ ਰਹਿੰਦੇ ਆ, ਉਹਨਾਂ ਲਈ ਇੱਕ ਬੜੀ ਵੱਡੀ ਸਮੱਸਿਆ ਬਣ ਗਈ ਆ ਕਿ ਜੋ ਧੂੜ ਹੈ, ਜੋ ਮਿੱਟੀ ਹੈ, ਘਰਾਂ ਦੇ ਵਿੱਚ ਉਹ ਜਾ ਰਹੀ ਆ। ਘਰਾਂ ਦੇ ਵਿੱਚ ਬਾਹਰ ਤੁਸੀਂ ਕੱਪੜਾ ਨਹੀਂ ਸੁੱਕਣਾ ਪਾ ਸਕਦੇ, ਬਾਹਰ ਘਰ ਦੇ ਵਿੱਚ ਬੈਠ ਕੇ ਬਾਹਰ ਤੁਸੀਂ ਪ੍ਰਸ਼ਾਦਾ ਵੀ ਨਹੀਂ ਛਕ ਸਕਦੇ। ਇਹੋ ਜਿਹੀ ਹਾਲਾਤ ਬਣੀ ਆ, ਲੇਕਿਨ ਪ੍ਰਸ਼ਾਸਨ ਨੇ ਅੱਜ ਤੱਕ ਇਸ ਬਾਰੇ ਕੋਈ ਵੀ ਉਪਰਾਲਾ ਨਹੀਂ ਕੀਤਾ। ਦੂਸਰਾ ਜਿਹੜਾ ਇਹ ਜਿੱਥੋਂ ਇਹ ਮਾਈਨਿੰਗ ਇੱਕ ਸਫਾਈ ਦੇ ਬਹਾਨੇ ਕਰਨ ਲੱਗੇ ਆ, ਉੱਥੋਂ ਦਰਿਆ ਪਹਿਲਾਂ ਹੀ ਇੰਨਾ ਡੂੰਘਾ ਹੋ ਚੁੱਕਾ ਹੈ ਕਿ ਉੱਥੇ ਲੁਧਿਆਣੇ ਦਾ ਜਿਹੜਾ ਗੰਦਾ ਪਾਣੀ ਉਹ ਆ ਕੇ ਖੜਾ ਹੋ ਜਾਂਦਾ ਆ। ਇਸ ਵੇਲੇ 4-4 ਕਿਲੋਮੀਟਰ ਤੋਂ ਬਲਕਿ ਪੂਰੇ ਤਲਵਣ ਦੇ ਵਿੱਚ ਵੀ ਜਿਹੜਾ ਪਾਣੀ ਥੱਲਾ ਕੈਮੀਕਲ ਵਾਲਾ ਪਾਣੀ ਹੈ, ਇਸ ਵੇਲੇ ਨਲਕਿਆਂ ਦੇ ਬੋਰਾਂ ਵਿੱਚੋਂ 250 ਫੁੱਟ ਤੱਕ ਚਲੇ ਗਿਆ ਆ, ਉਹ ਪੀਣ ਦੇ ਯੋਗ ਨਹੀਂ ਰਿਹਾ। ਜਿਸ ਦੇ ਨਾਲ ਇਸ ਵੇਲੇ ਜਿਹੜੇ ਚਮੜੀ ਦਾ ਰੋਗ ਹੋਇਆ, ਲੀਵਰ ਦਾ ਰੋਗ ਹੋਇਆ, ਕੈਂਸਰ ਦਾ ਰੋਗ ਹੋ ਗਿਆ, ਇਹ ਰੋਗ ਇਸ ਵੇਲੇ ਲੋਕਾਂ ਨੂੰ ਚੁੰਬੜ ਰਹੇ ਆ। ਔਰ ਅਸੀਂ ਸਰਕਾਰ ਤੋਂ ਇਹ ਮੰਗ ਵਾਰ-ਵਾਰ ਕਰ ਰਹੇ ਹਾਂ ਕਿ ਇਹ ਪਹਿਲਾਂ ਸਾਡੀ ਜਿਹੜੀ ਸੜਕ ਆ ਇਹਨੂੰ ਕੰਪਲੀਟ ਕਰੋ। ਦੂਸਰਾ ਜਿਹੜਾ ਇਹ ਜਿਹੜਾ ਗੰਦਾ ਪਾਣੀ ਲੁਧਿਆਣੇ ਦਾ ਪੈ ਰਿਹਾ ਆ, ਉਸ ਨੂੰ ਬੰਦ ਕੀਤਾ, ਟਰੀਟਮੈਂਟ ਕਰਕੇ ਖੇਤਾਂ ਲਈ ਵਰਤਿਆ ਜਾਵੇ। ਬਸ ਸਾਹਿਬ, ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਮਾਈਨਿੰਗ ਤਾਂ ਇਸ ਸੜਕ ਤੋਂ ਜਿਹੜੀ ਉਹ 8-10 ਸਾਲ ਪੁਰਾਣੀ ਚੱਲੀ ਆ, ਪਹਿਲੀ ਹੋਈ ਆ। ਨਵੀਂ ਸਰਕਾਰ ਵੇਲੇ ਤਾਂ ਅਜੇ ਸ਼ੁਰੂਆਤ ਨਹੀਂ ਹੋਈ। ਵੀ ਮਲਾਈ ਖਾਣ ਵਾਲੇ ਤਾਂ ਪਹਿਲੀਆਂ ਸਰਕਾਰਾਂ ਵਾਲੇ ਚਲੇ ਗਏ। ਕੀ ਜਿਹੜੀ ਅੱਜ ਦੀ ਸਰਕਾਰ ਬਣੀ ਆ ਉਹਨੂੰ ਸਮਾਂ ਦੇਣਾ ਚਾਹੀਦਾ? ਕੀ ਕਾਰਨ ਆ ਕਿ ਅੱਜ ਧਰਨਾ ਲੱਗਾ? ਧਰਨਾ ਤਾਂ ਤੁਹਾਨੂੰ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਵੀ ਕਿਹੜੇ ਬੇਸ 'ਤੇ ਲੱਗਾ ਜਾਂ ਕਿੱਦਾਂ ਵੀ ਆ, ਸੜਕ ਦਾ ਵੀ ਆ। ਵੈਸੇ ਮੈਂ ਤਾਂ ਇੱਕ ਪੁਆਇੰਟ 'ਤੇ ਹੀ ਗੱਲ ਕਰਨੀ ਚਾਹੁੰਦਾ ਹਾਂ ਵੀ ਜਿੱਦਾਂ
ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣੇ ਸੀਗੇ, ਸਾਡੇ ਸੀਐਮ ਬਣੇ ਸੀਗੇ, ਉਦੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਕਿ ਚੰਡੀਗੜ੍ਹ ਤੋਂ ਚੱਲਦੀਆਂ ਸੀ ਉਹ ਹੁਣ ਪਿੰਡਾਂ ਤੋਂ ਚੱਲਣਗੀਆਂ। ਪਰ ਸਾਨੂੰ ਇੱਥੇ ਕੋਈ ਵੀ ਇਦਾਂ ਦੀ ਗੱਲ ਨਹੀਂ ਲੱਗੀ ਕਿ ਸਾਨੂੰ ਨਾ ਤਾਂ ਕੋਈ ਇੱਥੇ ਮੰਤਰੀ ਸ਼ਾਂਤਰੀ, ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ, ਕੋਈ ਵੀ ਸਾਨੂੰ ਇੱਥੇ ਨਹੀਂ ਮਿਲਿਆ ਕਿ ਜਿਹਨੇ ਕੋਈ ਸਾਡੀ ਮਤਲਬ ਮਾੜੀ ਮੋਟੀ ਮੱਲਮ ਲਾਈ ਹੋਵੇ। ਸਾਨੂੰ ਇਹ ਲੱਗ ਰਿਹਾ ਵੀ ਸਰਕਾਰ ਅੱਜ ਵੀ ਚੰਡੀਗੜ੍ਹ ਤੋਂ ਹੀ ਚੱਲ ਰਹੀ ਹੈ। ਤੁਹਾਨੂੰ ਲੱਗ ਨਹੀਂ ਰਿਹਾ ਕਿ ਸਰਕਾਰ ਪਿੰਡਾਂ 'ਚ ਚੱਲ ਰਹੀ? ਨਹੀਂ, ਸਾਨੂੰ ਜੇ ਪਿੰਡਾਂ ਤੋਂ ਚੱਲਦੀ ਹੁੰਦੀ, ਸਾਨੂੰ 5ਵਾਂ ਦਿਨ ਆ ਅੱਜ, ਤੇ ਸਾਨੂੰ ਕੋਈ ਨਾ ਕੋਈ ਤਾਂ ਆ ਕੇ ਮਿਲਦਾ ਇੱਥੇ। ਪਰ ਸਾਨੂੰ ਕੋਈ ਨਹੀਂ, ਸਾਨੂੰ ਅਸੀਂ ਅੱਜ ਵੀ ਪ੍ਰੋਗਰਾਮ ਬਣਾ ਰਹੇ ਹਾਂ ਵੀ ਸ਼ਾਇਦ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਹੀ ਮਿਲਣਾ ਪਊਗਾ ਸਾਨੂੰ, ਵੀ ਜਿਹੜਾ ਚੰਡੀਗੜ੍ਹ ਜਾਣਾ ਪੈਣਾ ਹੈ। ਤੇ ਸਾਡੀ ਇੱਥੇ ਨਹੀਂ, ਇਹ ਸਰਕਾਰ ਅੱਜ ਵੀ ਚੰਡੀਗੜ੍ਹ ਤੋਂ ਹੀ ਚੱਲਦੀ ਹੈ। ਜੇਕਰ ਮੌਕੇ ਦੇ ਹਲਕਾ ਵਿਧਾਇਕ ਆਣ ਕੇ ਤੁਹਾਨੂੰ ਸੜਕ ਦੇ ਸੰਬੰਧ ਦੇ ਵਿੱਚ ਕੋਈ ਆਸ਼ਵਾਸਨ ਦਿੰਦੇ ਆ ਤੇ ਜਿਹੜਾ ਮਾਈਨਿੰਗ ਦਾ ਜਿਹੜਾ ਦੁਬਾਰਾ ਨਵੀਂ ਜਿਹੜੀ ਖੱਡ ਜਿਹੜੀ ਆ ਬਕਾਊ ਕੀਤੀ ਗਈ ਆ, ਉਹਦੇ ਸੰਬੰਧ ਜਾਣ ਕੇ ਤੁਹਾਡੇ ਨਾਲ ਗੱਲ ਕਰਦੇ ਤਾਂ ਮਸਲਾ ਹੱਲ ਹੋ ਸਕਦਾ? ਜੀ ਚਲੋ ਆਵੇ, ਆ ਕੇ ਕੋਈ ਆਪਣਾ ਗੱਲਬਾਤ ਕਰੇ, ਸਾਰਿਆਂ ਦੀ ਗੱਲਬਾਤ ਸੁਣੇ, ਤੇ ਫਿਰ ਪਾਣੀ ਦਾ ਵੀ ਕੋਈ ਨਾ ਕੋਈ ਸਾਨੂੰ ਭਰੋਸਾ ਦੇਵੇ। ਜਿਹੜਾ ਪਾਣੀ ਉੱਥੇ ਆ ਕੇ ਟੋਆ ਪਾਉਣਾ ਆ, ਜ਼ਿਆਦਾ ਡੂੰਘਾ ਹੋਣਾ, ਉਹ ਉੱਥੇ ਟੋਆ ਡੂੰਘਾ ਨਾ ਪਵੇ, ਤੇ ਪਾਣੀ ਜਿੱਦਾਂ ਅੱਗੇ ਚੱਲਦਾ ਆ, ਪਰੇ ਦੀ ਚੱਲਦਾ ਆ, ਉੱਦਾਂ ਚੱਲੀ ਚੱਲੇ। ਤੇ ਸਾਨੂੰ ਆਹ ਭਰੋਸਾ ਸਾਨੂੰ ਸੜਕ ਦਾ ਵੀ ਬਣਾ ਕੇ ਦੇਵੇ। ਸੜਕ ਦਾ ਪਹਿਲਾਂ ਵੀ ਸਰਕਾਰ ਅਕਾਲੀ ਦਲ ਦੀ ਵੀ ਰਹੀ ਆ, ਕਾਂਗਰਸ ਦੀ ਵੀ ਰਹੀ ਆ, ਉਹਨੇ ਵੀ ਕੁਛ ਨਹੀਂ ਕੀਤਾ। ਘੱਟਾ ਫੱਕੀ ਜਾਂਦੇ ਲੋਕੀ, ਬੁਰਾ ਹਾਲ ਆ। ਮਹਿਦਪੁਰ ਤੱਕ ਰੋਡ ਚੱਲਦਾ, ਇੱਧਰ ਫਲੌਰ ਨੂੰ ਜਾਂਦਾ ਆ, ਤੇ ਇੱਥੇ ਸਾਰੇ ਘਰਾਂ ਵਾਲੇ ਬੜੇ ਦੁਖੀ ਆ। ਤੇ ਆਲੇ ਦੁਆਲੇ ਘੱਟਾ ਉੱਡਣ ਡਿਆ ਆ। ਜਦੋਂ ਮੀਂਹ ਪੈਂਦਾ ਉਦੋਂ ਚਿੱਕੜ ਲੋਕਾਂ ਦੇ ਗਾਰੇ ਪੈਂਦੇ ਆ, ਜਦੋਂ ਧੁੱਪ ਲੱਗਦੀ ਉਦੋਂ ਘੱਟੇ ਦੇ ਨਾਲ ਭਰੇ ਰਹਿੰਦੇ ਆ। ਬਹੁਤ ਜ਼ਿਆਦਾ ਸਮੱਸਿਆ ਆ। ਪਿਛਲੇ ਸਮੇਂ ਦੇ ਵਿੱਚ ਤੁਹਾਡੇ ਤਲਵਣ ਨੂੰ ਕਰੋੜ ਰੁਪਈਆ ਪਿਛਲੀ ਸਰਕਾਰ ਨੇ ਦਿੱਤਾ ਸੀ, ਉਸ ਵੇਲੇ ਫਿਰ ਸੜਕ ਹਿੱਸੇ ਨਹੀਂ ਆਈ? ਇਹ ਸੜਕ ਫਿਰ PW ਦੇ ਮਹਿਕਮੇ 'ਚ ਆ। ਉਹ ਜਿਹੜੀਆਂ ਗਰਾਂਟਾਂ ਹੈਗੀਆਂ ਉਹ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਲਈ ਲੱਗਦੀਆਂ ਆ, ਉਹ ਪੈਸਾ ਇਹਦੇ ਸੜਕ ਦੇ ਬਾਰੇ ਨਹੀਂ ਸੀ। ਇਹ PW ਮਹਿਕਮੇ ਗੋਆ, PW ਮਹਿਕਮਾ ਪਤਾ ਨਹੀਂ ਕਿੱਥੇ ਗਿਆ, ਕੋਈ ਲਾਲ ਅੱਖਰਾਂ 'ਚ ਕਰਿਆ ਢਗਾਰਾ ਪਿਆ ਆ। ਕੋਈ ਇਹ ਸੜਕ ਵੱਲ ਖਿਆਲ ਹੀ ਨਹੀਂ ਹੈਗਾ ਕਿਸੇ ਦਾ। ਜਿਹੜੇ ਇੱਧਰ ਨੂੰ ਜ਼ਿਮੀਂਦਾਰ ਜਾਂਦੇ ਆ ਦੁੱਧ ਲੈਣ ਖੂਹਾਂ 'ਤੇ, ਉਹਨਾਂ ਦੀ ਕੇਨੀਆਂ ਰਾਹ ਡਿੱਗ ਡੁੱਗ ਪੈਂਦੀਆਂ ਆ। ਬੁਰਾ ਹਾਲ ਆ ਤੇ ਬਹੁਤ ਜ਼ਿਆਦਾ ਔਖਾ ਆ। ਬਾਹਲੇ ਲੋਕ ਕਹਿੰਦੇ ਵੀ ਕਾਮਰੇਡ ਮਿੰਟ 'ਚ ਨਿੱਕੀ ਨਿੱਕੀ ਗੱਲ ਤੇ ਧਰਨਾ ਲਾ ਜਾਂਦੇ। ਹਲਕਾ ਨਕੋਦਰ 'ਚ 3 ਧਰਨੇ ਲੱਗੇ ਹੋਏ ਨੇ। ਇੱਕ ਜਿਹੜਾ ਹਾਈਵੇ ਜ਼ਮੀਨ ਆ ਰਹੀ ਆ, ਇੱਕ ਪੰਚਾਇਤੀ ਜ਼ਮੀਨ ਨੂੰ ਲੈ ਕੇ ਬੁਰਜ ਪਿੰਡ ਲੱਗਾ ਹੋਇਆ, ਇੱਕ ਤੁਹਾਡਾ ਇਸ ਸੜਕ ਦਾ ਮਸਲਾ ਆ। ਅਸਲ ਮਸਲਾ ਹੈ ਕਿ ਹੱਲ ਕਿੱਦਾਂ ਹੋ ਸਕਦਾ? ਮਸਲਾ ਜਿਹੜੀ ਤੁਸੀਂ ਗੱਲ ਸਰਪੰਚ ਸਾਹਿਬ ਨਾਲ ਕਰਦੇ ਸੀ ਵੀ ਜੇ ਆਪਣੇ MLA ਸਾਹਿਬ ਆ ਕੇ ਤੁਹਾਨੂੰ ਭਰੋਸਾ ਦੇ ਦਿੰਦੀ ਆ ਤੇ ਮਸਲਾ ਹੱਲ ਹੋ ਸਕਦਾ। ਉਹ MLA ਸਾਹਿਬਾਂ ਨੇ ਸਾਨੂੰ ਇੰਨੇ ਭਰੋਸੇ ਦਿੱਤੇ ਜਦੋਂ ਦੀ ਵਿਚਾਰੀ 2 ਮਹੀਨੇ ਦੀ ਬਣੀ ਆ। ਮੈਂ ਵਿਚਾਰੀ ਕਹੂੰਗਾ ਕਿਉਂ, ਉਹਨੇ ਆ ਕੇ ਕਿਹਾ ਸੀਗਾ ਵੀ ਮੈਂ ਜਿਹੜੀ ਇਹ ਤੁਹਾਡੀ ਸੜਕ ਦੀ ਸਮੱਸਿਆ ਆ ਉਹਨਾਂ ਨੇ ਨਹੀਂ ਕੀਤੀ ਅੱਗੇ ਹੱਲ। ਉਹ ਤਾਂ ਪਤਾ ਲੱਗਾ ਵੀ ਪਹਿਲੇ ਉਹ ਖਰਾ ਸਾੜਾ ਬਣਾਉਈਆ ਨਿਕਲੇ, ਪਹਿਲਾਂ ਉਹ ਤੁਹਾਨੂੰ ਲਾਰੇ ਲਾ ਕੇ ਆਇਆ ਸੀ, ਆਪਣੇ 10 ਸਾਲ ਉਹਨਾਂ ਨੇ ਲੁੱਟ ਲਿਆ। ਮੁੜ ਕੇ ਬਾਅਦ ਦੇ ਵਿੱਚ ਆਪਣੇ ਆ ਗਏ ਕਾਂਗਰਸ ਦੇ ਬਰਾੜ ਸਾਹਿਬ, ਉਹ ਲੁੱਟ ਕੇ ਲੈ ਗਏ। ਤੇ ਬਸ ਸਾਨੂੰ ਸਾਡੇ ਹੱਥ ਉਹ ਹੀ ਰਹਿ ਗਿਆ ਵੀ ਬਸ ਬਣ ਜਾਣੀਆਂ, ਇਹਦਾ ਟੈਂਡਰ ਪਾਸ ਹੋ ਗਿਆ ਆ, ਬਸ ਆ ਰਹੇ ਆ ਜੀ। ਉਹ ਫੇਰ ਕਹਿੰਦੇ ਜੀ ਜਾਂਦੇ ਜਾਂਦੇ ਉੱਥੋਂ ਕਹਿੰਦਾ ਮੈਂ ਰਾਹ 'ਚ ਮੁੜ ਕੇ ਆਇਆ, ਮੈਨੂੰ ਮਨਪ੍ਰੀਤ ਦਾ ਫੋਨ ਆ ਗਿਆ, ਪੈਸੇ ਮੈਂ ਰੱਖ ਦਿੱਤੇ ਆ, ਨਾਲ ਪੁਲ ਵੀ ਮੂਹਰੇ ਬਣਾ ਦੇਣਾ ਆ। ਤੇ ਚਲੋ ਅਸੀਂ ਫੇਰ ਖੁਸ਼ ਹੋ ਗਏ, 6 ਮਹੀਨੇ ਕੱਢ ਲੈ। ਤੇ ਹੁਣ ਜਦੋਂ ਇਹ ਆਪਣੇ ਬੀਬਾ ਜੀ ਆਏ, ਇਹਨਾਂ ਨੇ ਆ ਕੇ ਉਦੋਂ ਕਹਿੰਦੇ ਵੀ ਮੈਂ ਤਾਂ ਜੋ ਕਹੂੰਗੀ ਸੱਚ ਕਹੂੰਗੀ। ਤੇ ਸਾਨੂੰ ਬੜਾ ਮਾਣ ਸੀ ਵੀ ਕਹਿੰਦੇ ਭਗਵੰਤ ਮਾਨ ਦਾ ਨਾਰਾ ਵੀ ਸੀਗਾ ਵੀ ਰੰਗਲਾ ਪੰਜਾਬ ਬਣਾਉਣਾ। ਤਾਂ ਚਲੋ ਅਸੀਂ ਕਿਹਾ ਵੀ ਦੇਖ ਲੈਂਦੇ ਹਾਂ। ਤੁਹਾਡੀ ਗੱਲ ਬਿਲਕੁਲ ਸਹੀ ਆ, ਟਾਈਮ ਦੇਣਾ ਚਾਹੀਦਾ। ਨਵੀਂ ਆ, ਉਹਨਾਂ ਦਾ ਗੰਦ 70 ਸਾਲ ਦਾ ਸੀਗਾ ਪਾ ਆ, ਤੇ ਇਹਨੂੰ ਟਾਈਮ ਤਾਂ ਲੱਗਣਾ ਆ। ਪਰ ਜਿਹੜੀ ਆਹ ਸਮੱਸਿਆ ਹੁਣ ਆ, ਇਹਨਾਂ ਨੇ ਭਰੋਸਾ ਦਿੱਤਾ ਸੀ ਸਾਨੂੰ ਵੀ ਮੈਂ ਉਹਨਾਂ ਚਿਰ ਮਾਈਨਿੰਗ ਨਹੀਂ ਹੋਣ ਦੇਣੀ ਜਿੰਨਾ ਚਿਰ ਤੁਹਾਡੀ ਸੜਕ ਨਹੀਂ ਬਣਾ ਦਿੰਦੀ। ਅੱਛਾ, ਫਿਰ ਅਸੀਂ ਆ ਹੁਣ 9 ਤਰੀਕ ਸਿੱਖ ਰਿਹਾ, ਮੈਂ ਕਹਿੰਦਾ ਉਦੋਂ ਸਾਰੀਆਂ ਜਥੇਬੰਦੀਆਂ ਰਲ ਕੇ ਅਸੀਂ ਗਏ ਸੀਗੇ। ਅਸੀਂ ਉਹਨਾਂ ਨੂੰ ਕਿਹਾ ਮੈਡਮ ਜੀ, ਬਾਕੀ ਸਾਰੇ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਤੇ ਮੈਂ ਇੱਕ ਵੱਖਰਾ ਸਵਾਲ ਕੀਤਾ। ਮੈਂ ਕਿਹਾ ਮੈਡਮ ਜੀ ਤੁਸੀਂ ਸਾਡੇ ਨਾਲ ਭਰੋਸਾ ਕੀਤਾ ਸੀਗਾ ਵੀ ਨਹੀਂ ਚੱਲੂਗੀ ਉਹ ਢਗਾਰੇ ਵਾਲੀ ਖੱਡ, ਉਹ ਤਾਂ ਸਾਡੇ ਖੇਤਾਂ ਦੇ ਵਿੱਚ ਕੰਡਾ ਲੱਗ ਗਿਆ। ਉਹ ਕਹਿੰਦੀ ਫਿਰ ਉਹਨੇ ਜਾਣੀ ਕਿ ਸਭ ਤੋਂ ਵੱਧ ਸਮਾਂ ਇਸ ਤੇ ਗੱਲ ਤੇ ਕੀਤਾ। ਉਹ ਅੱਜ ਵੀ ਸਾਰੇ ਤੁਹਾਡੇ ਕੋਲ ਵੀ ਫੇਸਬੁੱਕ ਤੇ ਆਪਣੇ YouTube ਤੇ ਚੱਲਦਾ ਆ। ਉਹ ਕਹਿੰਦੀ ਵੀ ਮੈਂ ਜਿਹੜੀ ਗੱਲ ਤੇ ਅੱਜ ਵੀ ਉਸੇ ਗੱਲ ਤੇ ਖੜੀ ਆ, ਉਹ ਮੈਨੂੰ ਨਹੀਂ ਪਤਾ ਕੌਣ ਆ ਜਿਹੜਾ ਕੰਡਾ ਲਾਉਂਦੇ ਆ, ਮੈਂ ਅੱਜ ਵੀ ਉਸੇ ਗੱਲ ਤੇ ਆ। ਪਹਿਲਾਂ ਸੜਕ ਬਣੂਗੀ, ਇਹ ਮੈਂ ਸਮਾਂ 18 ਫੁੱਟੀ ਮਨਜ਼ੂਰ ਕਰਾਤੀ ਆ। ਇਹ ਸੜਕ ਤੁਹਾਡੀ ਟੈਂਡਰ ਪਾਸ ਹੋ ਗਿਆ ਆ ਥੋੜ੍ਹੇ ਦਿਨਾਂ ਤੱਕ ਬਣਨੀ ਸ਼ੁਰੂ ਹੋ ਜਾਣੀ ਆ। ਉਦੋਂ ਬਾਅਦ ਦੇ ਵਿੱਚ ਦੇਖਾਂਗੇ ਉਹ ਕੌਣ ਕੰਡਾ ਲਾਉਂਦਾ ਹੈ, ਕੌਣ ਹੈ, ਕਿੱਦਾਂ ਆ। ਮਾਈਨਿੰਗ ਬਾਰੇ ਬਾਅਦ 'ਚ ਸੋਚਾਂਗੇ। ਤੇ ਚਲੋ ਅਸੀਂ ਮੈਂ ਸਮਾਂ ਉੱਥੇ ਇੱਕ ਜਕਾਰਾ ਵੀ ਛੱਡਿਆ। ਮੈਨੂੰ ਸਵਾਲ ਵੀ ਕਈ ਕਰਦੇ ਆ ਵੀ ਤੂੰ ਕਾਮਰੇਡ ਹੋ ਕੇ ਜਕਾਰੇ ਛੱਡਦਾ। ਮੈਂ ਕਿਹਾ ਮੈਂ ਨਾਲ ਕਾਮਰੇਡ ਦੇ ਜਥੇਦਾਰ ਵੀ ਆ, ਪੰਜਾਂ ਪਿਆਰਿਆਂ 'ਚ ਬਣਦਾ ਆ। ਉੱਥੇ ਹਾਲਾਤ ਇਹੋ ਜਿਹੇ ਸਾਡੇ ਨਾਲ ਸੀਗੇ ਸਾਰੇ ਸਿੰਘ,
ਤੇ ਜਕਾਰਾ ਛੱਡਣਾ ਬਣਦਾ ਸੀਗਾ। ਚਲੋ ਤੇ ਮੈਂ ਕਿਹਾ ਉਹ ਮੇਰਾ ਮਤਲਬ ਕੀ ਸੀ ਬਈ ਕੱਲ ਨੂੰ ਮੈਨੂੰ ਪਤਾ ਸੀ ਬੀਬੀ ਦੇ ਵਿਚਾਰੀ ਦੇ ਇੰਨੀ ਛੇਤੀ ਨਹੀਂ ਸੜਕ ਬਣਨੀ, ਇਹਨੇ ਮੁੱਕਰਨਾ ਆ। ਇਹ ਜੋ ਕਹੀ ਜਾਂਦੇ ਸੀਗੇ ਬੀਬੀ ਦੇ ਇੱਕ ਹੱਥ ਸਾਡੇ ਸਿਰ ਤੇ ਇੱਕ ਤੁਹਾਡੇ ਤੇ ਆ। ਸਾਨੂੰ ਕਹਿੰਦੀ ਆ ਵੀ ਤੁਸੀਂ ਬੈਠੇ ਰਹੋ, ਜਾਇਜ਼ ਬੈਠੇ ਆ, ਤੇ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਇੰਨੀ ਦੇਰ ਕਿਉਂ ਕਰੀ ਜਾਂਦੇ ਆ, ਚਲਾਓ ਛੇਤੀ, ਰੇਤਾ ਹੈ ਨਹੀਂ, ਰੇਤੇ ਦੀ ਬਹੁਤ ਜ਼ਿਆਦਾ ਸ਼ਾਰਟ ਆਈ ਆ, ਰੇਤਾ ਮਹਿੰਗਾ ਹੋ ਜਾਣਾ। ਤੇ ਉਹ ਹੁਣ ਰਹਿੰਦਾ, ਉਹ ਉੱਧਰ ਜਾਂਦੇ ਆ ਬੀਬੀ ਕੋਲ, ਅਸੀਂ ਬੀਬੀ ਨੂੰ ਉਡੀਕਦੇ ਆ ਵੀ ਵਾਅਦਾ ਸਾਡੇ ਨਾਲ ਪਗਾ, ਤੇ ਤੁਸੀਂ ਕਹਿੰਦੇ ਆ ਵੀ ਬੀਬੀ ਭਰੋਸਾ ਦੇਣ ਆਊਗੀ, ਸਾਨੂੰ ਤਾਂ ਮੈਰਨੇ ਵੀ ਆਊਗੀ। ਜੇ ਆਵੇ ਤਾਂ ਅਸੀਂ ਧੰਨਵਾਦ ਕਰਾਂਗੇ, ਸਾਡੇ ਨਾਲ ਕੋਈ ਵਾਅਦਾ ਕਰੇ, ਕਿਉਂ ਸਾਨੂੰ ਇਹ ਪਤਾ, ਅਸੀਂ ਜਿਹੜੀ ਟਾਈਮ ਵਾਲੀ ਗੱਲ ਆ ਇਹ ਸਾਨੂੰ ਪਤਾ ਆ ਵੀ ਟਾਈਮ ਤਾਂ ਜ਼ਰੂਰ ਲੱਗਣਾ ਆ, ਪਰ ਟਾਈਮ ਲੱਗਣਾ ਤਾਂ ਸਾਨੂੰ ਆ ਕੇ ਕੋਈ ਨਾ ਕੋਈ ਸਾਨੂੰ ਦੱਸੇ ਤਾਂ ਸਹੀ ਵੀ ਇਹ 2 ਮਹੀਨੇ ਲੱਗਣਗੇ, 3 ਮਹੀਨੇ ਲੱਗਣਗੇ। ਹੁਣ ਪਤਾ ਕੀਤਾ ਆ ਬਈ ਇਹ ਬਿਲਕੁਲ ਹੀ ਹਾਲੇ ਕੋਈ ਟੈਂਡਰ ਪਾਸ ਨਹੀਂ ਹੋਇਆ, ਕੋਈ ਪੈਸੇ ਨਹੀਂ ਰੱਖੇ ਗਏ, ਇਹ ਸਿਰਫ ਸਾਨੂੰ ਉਹ ਲੱਕੜ ਦਾ ਕਾਕਾ ਦੇ ਦਿੱਤਾ ਵੀ ਤੁਸੀਂ ਇਹਨੂੰ ਖੁਲਾਈ ਚੱਲੋ। ਤੇ ਹਾਲੇ ਮੈਂ ਜੀ ਜਦੋਂ ਤੁਸੀਂ ਕਹਿੰਦੇ ਵੀ 17 ਸਾਲ ਨਾਲੇ ਤੁਹਾਡੇ ਨਾਲ ਜਹੇਦਾਰ ਵੀ ਕਾਂਗਰਸੀ, ਇਹ ਨਹੀਂ ਤੁਹਾਡੇ ਨਾਲ ਗੁੱਸੇ ਹੋ ਜਾਣ? ਮੈਂ ਕਿਹਾ ਜੀ ਦੇਖੋ ਕਾਮਰੇਡ ਜਿਹੜੀ ਇੱਕ ਇੱਦਾਂ ਦੀ ਕਾਮਰੇਡ ਜਿਹੜਾ ਕਾਮਰੇਡ ਕੋਈ ਇਹ ਤਾਂ ਚਾਹੇ ਗੁੱਸੇ ਹੋ ਜਾਣ, ਚਾਹੇ ਜਦੋਂ ਆਪਾਂ ਕਿਹੜਾ ਵੀ ਇਹਨਾਂ ਨਾਲ ਕੋਈ ਐਗਰੀਮੈਂਟ ਕੀਤਾ ਆ ਵੀ ਇਹਨਾਂ ਨਾਲ ਹੀ ਆ, ਇਹ ਗੁੱਸੇ ਹੋ ਜਾਣਗੇ ਤਾਂ ਮੋਰੇ ਦੂਜੇ ਆ ਜਾਣਗੇ। ਸਾਡਾ ਮਤਲਬ ਕੁਝ ਅਸੀਂ ਤਾਂ ਕੰਮ ਸਹੀ ਕਰਾਉਣਾ ਆ। ਜਿੰਨਾ ਚਿਰ ਇਹ ਹੁਣ ਜਦੋਂ ਦੇ ਸਾਡੇ ਨਾਲ ਰਲੇ ਆ ਤਕਰੀਬਨ ਇਹ ਕਾਂਗਰਸੀ ਨਹੀਂ ਰਹੇ, ਕਾਮਰੇਡ ਹੀ ਬਣੇ ਆ। ਤੇ ਜਿੰਨਾ ਦੇਖ ਲਓ ਤੁਸੀਂ ਪਿੰਡ ਦੇ ਵਿੱਚ ਜਿੰਨਾ ਕੰਮ ਕੀਤਾ, ਕੋਈ ਕਹਿ ਦੇਵੇ ਕਿਸੇ ਪੰਜੀ ਦੀ ਕੋਈ ਹੇਰਾਫੇਰੀ ਕੀਤੀ ਆ ਜਾਂ ਕਿੱਦਾਂ ਆ, ਬਹੁਤ ਵਧੀਆ ਕੰਮ ਕਰ ਰਹੇ ਆ। ਇਹ ਸਰਪੰਚ ਦਾ ਤਕਰੀਬਨ ਨਾਂ ਬਣ ਗਿਆ। ਤੇ ਅਸੀਂ ਇਹ ਚਾਹੁੰਦੇ ਆ, ਅਸੀਂ ਸਾਨੂੰ ਕੋਈ ਕਾਂਗਰਸੀ ਨਹੀਂ ਕੋਈ ਸਮਾਂ ਕੱਲ੍ਹ ਇੱਥੇ ਇੱਕ ਮੁੰਡੇ ਨੇ ਇਹ ਮਿਹਣਾ ਮਾਰਿਆ, ਕਹਿੰਦਾ ਵੀ ਜਦੋਂ 5 ਸਾਲ ਲੱਗੇ ਕਾਂਗਰਸ ਦਾ ਰਾਜ ਰਿਹਾ ਤੁਸੀਂ ਬੋਲੇ ਨਹੀਂ, ਹੁਣ ਜੇ ਭਗਵੰਤ ਮਾਨ ਦਾ ਰਾਜ ਆਇਆ ਤੇ ਤੁਸੀਂ ਉੱਠ ਕੇ ਧਰਨੇ ਲਾਉਣ ਲੱਗ ਪਏ। ਸਾਨੂੰ ਜੇ ਤਾਂ ਇਹ ਕਾਂਗਰਸ ਦਾ ਰਾਜ ਹੁੰਦਾ ਹੁਣ ਧਰਨਾ ਲੱਗਦਾ ਇਹ ਆਪਣੇ ਇਹ ਚੱਲਦੀ ਸੜਕ, ਅਸੀਂ ਫੇਰ ਵੀ ਧਰਨਾ ਲਾਉਣਾ ਸੀ। ਅਕਾਲੀਆਂ ਦਾ ਰਾਜ ਹੁੰਦਾ, ਇਹ ਚੱਲਦਾ ਰੇਤਾ, ਅਸੀਂ ਫੇਰ ਵੀ ਧਰਨਾ ਲਾਉਣਾ ਸੀਗਾ। ਸਾਡਾ ਮੰਨ ਲਓ ਧਰਨੇ ਲਾਉਣ ਦਾ ਸਾਡਾ ਕੋਈ ਸ਼ੌਂਕ ਨਹੀਂਗਾ, ਪਰ ਸਾਨੂੰ ਸਾਡਾ ਉੱਤੇ ਜ਼ਮੀਨ ਢਗਾਰੀ ਦੀ ਜਿਹੜਾ ਕੰਡਾ ਲੱਗਾ ਬਿਲਕੁਲ ਸਾਡੇ ਖੂਹਾਂ ਦੇ ਲਾਗੇ ਲੱਗਾ, 3-3 4-4 ਗੇੜੇ ਰੋਜ਼ ਲੱਗਦੇ ਆ। ਮੈਂ ਤੁਹਾਨੂੰ ਯਕੀਨ ਕਰਿਓ ਸਵੇਰ ਨੂੰ ਦੇਖਦਾ ਨਿੱਕੇ ਨਿੱਕੇ ਬੱਚੇ ਆਉਂਦੇ ਆ ਢਗਾਰੇ ਤੋਂ ਕੁੜੀਆਂ ਪੜ੍ਹਨ, ਉਹ ਵਿਚਾਰੀਆਂ ਦੇ ਟਾਇਰ ਜਦੋਂ ਬੱਟਾ ਲੱਗ ਕੇ ਪੈਂਚਰ ਹੋ ਜਾਂਦੇ ਉੱਤੇ ਬੈਠੇ ਨਿਆਣੇ, ਨਾ ਉੱਧਰ ਜੋਗੇ ਨਾ ਉੱਧਰ ਜੋਗੇ, ਬਹੁਤ ਬੁਰੀ ਹਾਲਤ ਆ। 15 ਸਾਲ ਹੋ ਚੱਲੇ ਇਹ ਸੜਕ ਟੁੱਟੀ ਨੂੰ। ਨਹੀਂ ਤਾਂ ਜਦੋਂ ਸਾਡੇ ਉੱਤੇ ਰੈਸਟ ਹਾਊਸ ਬਣਿਆ ਢਗਾਰੇ ਦਰਿਆ ਦੇ ਉੱਤੇ, ਉਦੋਂ ਕਹਿੰਦੇ ਸੀਗੇ ਬਈ ਇਹ ਜਿਹੜਾ ਰੈਸਟ ਹਾਊਸ ਬਣ ਗਿਆ ਇੱਥੇ ਆ ਕੇ ਅਫਸਰਾਂ ਨੇ ਰਿਹਾ ਕਰਨਾ, 3 ਸਾਲ ਬਾਅਦ ਇਹ ਸੜਕ ਦੀ ਰਿਪੇਅਰ ਹੋ ਜਾ ਕਰਨੀ ਆ। 15 ਸਾਲ ਹੋ ਗਏ ਸੜਕ ਨੂੰ, ਕਿਸੇ ਨੇ ਇਹਦੀ ਸਾਰ ਨਹੀਂ ਲਈ। ਬਹੁਤ ਦੁਖੀ ਅਸੀਂ ਇਸ ਕਰਕੇ ਧਰਨਾ ਲਾਇਆ, ਸਾਡਾ ਦਿਲ ਨਹੀਂ ਕਰਦਾ। ਉਹ ਟਿੱਪਰਾਂ ਵਾਲੇ ਵੀ ਸਾਡੇ ਮੁੰਡੇ ਹੀ ਆ, ਸਾਡੇ ਨਿਆਣੇ ਆ। ਸਾਡਾ ਮੇਰਾ ਜਿਹੜਾ ਪਿੰਡ ਆ ਅਸਲੀ ਹੈ ਨਾ ਉਹ ਢਗਾਰਾ ਹੀ ਆ, ਜ਼ਮੀਨ ਵੀ ਸਾਡੀ ਢਗਾਰੇ ਦੀ ਆ, ਸਾਡਾ ਟੌਟ ਵੀ ਢਗਾਰੇ ਸੀ, ਢਗਾਰੇ ਕੋਠੇ ਪਾਉਣੇ ਸੀ ਸਾਡੇ, ਪਰ ਉਹ ਸਾਡੇ ਬਜ਼ੁਰਗ ਬਾਕੀ ਦੇ ਪਿੰਡ ਜਿਹੜੇ ਬੈਠੇ ਸੀਗੇ ਸਾਡੇ ਸਕੇ, ਇਸ ਕਰਕੇ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਆਪਾਂ ਪਿੰਡ ਹੀ ਰਹਿਣਾ। ਤੇ ਪਰ ਮੇਰਾ ਉਹਨਾਂ ਦੇ ਨਾਲ ਵੀ ਲਗਾਅ ਬਹੁਤ ਆ। ਇਸ ਵੇਲੇ ਸਮਾਂ ਸਾਡੇ ਆਪਸ ਲੜਾਈ ਪਈ ਆ, ਉਹ ਕਹਿੰਦੇ ਆ ਵੀ ਉਹ ਤੁਸੀਂ ਸਾਡਾ ਚੱਲਣ ਨਹੀਂ ਦਿੰਦੇ, ਸਾਡੀ ਮਜਬੂਰੀ ਆ। ਹਾਂਜੀ, ਗੱਲ ਨਿਕਲ ਕੇ 2 ਮੁੱਦਿਆਂ ਤੇ ਆਈ ਆ ਵੀ ਇੱਕ ਤਾਂ 15 ਸਾਲ ਤੋਂ ਪਿੱਛੇ 2 ਸਰਕਾਰਾਂ ਦਾ ਰਾਜ ਰਿਹਾ ਤੇ ਉਹਨਾਂ ਸਰਕਾਰਾਂ ਵੇਲੇ ਇਸ ਮਾਈਨਿੰਗ ਦੇ ਸਿਰ ਤੋਂ ਜਿਨ੍ਹਾਂ ਨੇ ਮਲਾਈਆਂ ਖਾਧੀਆਂ ਤੇ ਸੜਕ ਤੋੜ ਕੇ ਛੱਡ ਗਏ, ਸੜਕ ਬਣੀ ਨਹੀਂ। ਹੁਣ ਗੱਲ ਆਂਦੀ ਆ ਕਿ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ, ਉਹਦੇ ਹਲਕੇ 'ਚ ਇਸ ਵਕਤ 3 ਧਰਨੇ ਲੱਗੇ ਹੋਏ ਨੇ। ਇੱਕ ਹਾਈਵੇ ਨਿਕਲ ਰਿਹਾ ਜਿਹੜਾ ਦਿੱਲੀ ਕਟੜਾ ਹਾਈਵੇ ਵਾਲਾ, ਉੱਥੇ ਲੱਗਾ ਹੋਇਆ ਇੱਕ ਪੰਚਾਇਤੀ ਜ਼ਮੀਨ ਨੂੰ, ਜਿਹਨੂੰ ਕਿ ਲੈ ਕੇ ਧਾਲੀਵਾਲ ਸਾਹਿਬ ਮੰਤਰੀ ਨੇ ਕੈਬਨਿਟ ਨੇ ਬਿਆਨ ਦਿੱਤਾ ਆ ਕਿ ਉਹ ਜਿਹੜੀ ਜ਼ਮੀਨ ਜਿਹੜੇ ਲੋਕਾਂ ਨੇ ਬੰਜਰ ਉਜੜਿਆ ਹੋਇਆ ਆਬਾਦ ਕੀਤਾ ਉਹਨਾਂ ਤੋਂ ਜ਼ਮੀਨ ਜਿਹੜੀ ਉਹ ਨਹੀਂ ਛਡਾਈ ਜਾਵੇਗੀ। ਰਹੀ ਗੱਲ ਸੜਕ ਦੀ, ਜੇਕਰ ਹੁਣ ਵੀ ਹਲਕਾ ਵਿਧਾਇਕ ਇਹਨਾਂ ਨੂੰ ਕੋਈ ਭਰੋਸਾ ਦਿੰਦੇ ਤੇ ਇਹ ਧਰਨਾ ਜਿਹੜਾ ਚੱਕਿਆ ਜਾ ਸਕਦਾ ਆ। ਵੱਡੀ ਸਮੱਸਿਆ ਗੰਦੇ ਪਾਣੀ ਦੀ ਵੀ ਇਹਨਾਂ ਨੇ ਗੱਲ ਕੀਤੀ ਆ, ਜਿੱਥੋਂ ਲੁਧਿਆਣੇ ਦੀਆਂ ਫੈਕਟਰੀਆਂ ਦਾ ਪਾਣੀ ਆਣ ਕੇ ਇਸ ਇਲਾਕੇ ਵਿੱਚ ਤਬਾਹੀ ਮਚਾ ਰਿਹਾ। ਕਰਦੇ ਹੁਣ ਗੱਲਬਾਤ ਬੀਬੀ ਇੰਦਰਜੀਤ ਕੌਰ ਮਾਨ ਨਾਲ, ਉਹਨਾਂ ਦਾ ਵੀ ਸੁਣਦੇ ਆ ਪੱਖ। ਮੈਡਮ, ਤੁਹਾਡੇ ਹਲਕੇ ਦੇ ਵਿੱਚ ਪਿੰਡ ਬੁਰਜਿਆ ਤੇ ਢੰਗਾਰਾ ਤੇ ਤਲਵਣ, ਜਿੱਥੇ ਕਾਫੀ ਲੰਬੇ ਸਮੇਂ ਤੋਂ ਮਾਈਨਿੰਗ ਵਾਲੇ ਟਰੱਕਾਂ ਨੇ ਸੜਕ ਤੋੜੀ ਹੋਈ ਸੀ, ਲੋਕ ਪ੍ਰਦਰਸ਼ਨ ਕਰ ਰਹੇ ਨੇ, ਕੀ ਤੁਹਾਡੇ ਧਿਆਨ ਵਿੱਚ ਇਹ ਮੁੱਦਾ? ਜੇ ਹੈ ਧਿਆਨ ਵਿੱਚ ਤਾਂ ਕੀ ਕਾਰਵਾਈ ਕਰ ਰਹੀ ਤੁਹਾਡੀ ਸਰਕਾਰ? ਸਭ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਕਿਸਾਨ ਕਿਰਤੀ ਕਿਸਾਨ ਤੇ ਮਜ਼ਦੂਰ ਯੂਨੀਅਨ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਵਿੱਚ ਧਰਨੇ ਲਗਾਏ ਸੀ ਔਰ ਸਾਰੇ ਐਮਐਲਏਜ਼ ਨੂੰ ਮੰਗ ਪੱਤਰ ਦਿੱਤਾ ਸੀ, ਮੇਰੇ ਕੋਲ ਵੀ ਆਏ ਸੀ। ਬੜੇ ਪਿਆਰ ਨਾਲ ਬੈਠ ਕੇ ਸਾਡੀ ਬੜੀ ਹੈਲਥੀ ਡਿਸਕਸ਼ਨ ਹੋਈ ਸੀ। ਉਹਦੇ ਵਿੱਚ ਇਸ ਰੋਡ ਦਾ ਜਿੱਥੇ ਇਹ ਮਾਈਨਿੰਗ ਹੋਣੀ ਆ ਅਜੇ ਸਟਾਰਟ ਨਹੀਂ ਸੀ, ਉਹਨਾਂ ਦਿਨਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਇੱਕ ਵੀ ਜਿਹੜੀ ਉਹ ਖੱਡ ਜਿਹੜੀ ਉਹ ਚੱਲ ਨਹੀਂ ਸੀ ਰਹੀ। ਮੇਰੇ ਕੋਲ ਸਿਰਫ ਢਗਾਰਾ ਤੇ ਬੁਰਜ ਨੇ, ਜਿਹਦੇ ਵਿੱਚੋਂ ਸਿਰਫ ਬੁਰਜ ਜਿਹੜਾ ਉਹ ਲੀਗਲ ਖੱਡ ਆ। ਆਉਣ ਵਾਲੇ ਦਿਨਾਂ 'ਚ ਵੀ ਲੀਗਲ ਖੱਡ ਹੀ ਚੱਲੇਗੀ, ਗੈਰ ਕਾਨੂੰਨੀ
ਕੋਈ ਵੀ ਮਾਈਨਿੰਗ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੇਰੇ ਆਪਣੇ ਜਿਹੜੇ ਹਲਕੇ ਦੇ ਵਿੱਚ ਜਿੰਨੀਆਂ ਖੱਡਾਂ ਪੈਂਦੀਆਂ। ਉਸ ਦਿਨ ਵੀ ਇਹ ਗੱਲ ਉਹਨਾਂ ਦੇ ਨਾਲ ਹੋਈ ਸੀ ਕਿ ਸੜਕ ਜਿਹੜੀ ਆ ਇਹ 4.5 ਕਿਲੋਮੀਟਰ ਦੀ ਮਨਜ਼ੂਰ ਹੋ ਚੁੱਕੀ ਆ। 18 ਫੁੱਟ ਚੌੜੀ ਤੇ ਵਧੀਆ ਮਜ਼ਬੂਤ ਸੜਕ ਜਿਹੜੀ ਉਸ ਹਲਕੇ ਨੂੰ ਦਿੱਤੀ ਜਾਊਗੀ ਔਰ ਉਹ ਮਨਜ਼ੂਰੀ ਜਿਹੜੀ ਹਜੇ ਤੱਕ PWD ਤੱਕ ਪਹੁੰਚੀ ਨਹੀਂ, ਜਿਹਦੇ ਲਈ ਮੈਂ ਅਪਰੋਚ ਕਰ ਰਹੀ ਹਾਂ। ਮਨਜ਼ੂਰੀ ਆਉਣ ਤੋਂ ਬਾਅਦ ਉਹਦੇ ਟੈਂਡਰ ਲੱਗਣਗੇ, ਟੈਂਡਰ ਹੋਏਗਾ ਤਾਂ ਕੋਈ 2-2.5 ਮਹੀਨੇ ਦਾ ਇਹ ਪ੍ਰੋਸੈਸ ਆ ਜਿਹੜੀ ਸਾਡੀ ਉਹ ਸੜਕ ਬਣਨੀ ਸ਼ੁਰੂ ਹੋਏਗੀ। ਔਰ ਲੀਗਲ ਤੇ ਇਲੀਗਲ ਮਾਈਨਿੰਗ ਜਿਹੜੀ ਆ ਇਹ ਦੋਨੋਂ ਹੀ ਮੈਨੂੰ ਬੜੇ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਵੀ ਜਿੰਨੇ ਭਰੋਸੇ ਦੇ ਨਾਲ ਲੋਕਾਂ ਨੇ ਮੈਨੂੰ ਜਿਤਾਇਆ ਸੀ, ਕੁਝ ਸ਼ਰਾਰਤੀ ਅਨਸਰ, ਕੁਝ ਵਾਹਵਾ ਖੱਟਣ ਵਾਲੇ ਲੋਕ ਜਿਹੜੇ ਆ ਉਹ ਲੀਗਲ ਮਾਈਨਿੰਗ ਵੀ ਮੇਰੀ ਝੋਲੀ ਪਾਉਂਦੇ ਆ, ਇਲੀਗਲ ਮਾਈਨਿੰਗ ਵੀ ਮੇਰੀ ਝੋਲੀ ਪਾਉਂਦੇ, ਜਦ ਕਿ ਮੇਰਾ 1 ਰੁਪਈਏ ਦਾ ਕਿਸੇ ਵੀ ਮਾਈਨਿੰਗ ਦੇ ਨਾਲ ਕੋਈ ਲੈਣ ਦੇਣ ਨਹੀਂ। ਲੀਗਲ ਮਾਈਨਿੰਗ ਨੂੰ ਬੰਦ ਕਰਵਾਉਣ ਵਾਸਤੇ ਮੈਂ ਰਾਤਾਂ ਜਾਗ ਕੇ ਉੱਥੇ ਛਾਪੇਮਾਰੀ ਕਰਵਾਈ ਆ। ਇਨਫੈਕਟ ਇੱਕ ਵਾਰੀ ਮੈਨੂੰ ਦੂਸਰੇ ਹਲਕੇ ਦੇ ਵਿੱਚ ਵੀ ਛਾਪੇਮਾਰੀ ਕਰਵਾਉਣੀ ਪੈ ਗਈ ਸੀ ਕਿਉਂਕਿ ਉਹਦੀ ਨਿਕਾਸੀ ਜਿਹੜੀ ਆ ਵੇਰਾਂ ਖੱਡ ਦੀ ਉਹ ਮੇਰੇ ਹਲਕੇ ਦੇ ਵਿੱਚ ਦੀ ਆਉਂਦੀ ਆ। ਲੋਕਾਂ ਦਾ ਇਹਦੇ ਤੇ ਵੀ ਇਤਰਾਜ਼ ਸੀ। ਲੀਗਲ ਸਾਡੇ ਕੋਲ ਇੱਕੋ ਹੀ ਖੱਡ ਆ ਬੁਰਜ ਹਸਨ ਦੀ, ਜਿਹੜੀ ਹਜੇ ਸਟਾਰਟ ਹੀ ਹੋਈ ਸੀ ਔਰ ਲੋਕਾਂ ਨੇ ਉਹਦਾ ਵਿਰੋਧ ਕੀਤਾ ਕਿਉਂਕਿ ਓਵਰਲੋਡ ਗੱਡੀਆਂ ਤੇ ਟੁੱਟੀ ਹੋਈ ਸੜਕ ਜਿਹੜੀ ਆ ਉਹਦੇ ਤੋਂ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਲੋਕ ਪਹਿਲਾਂ ਹੀ ਨੇ ਔਰ ਉਹ ਚੱਲਣਾ ਨਹੀਂ ਦੇਣਾ ਚਾਹੁੰਦੇ ਔਰ ਪਿਛਲੇ 3 ਦਿਨ ਤੋਂ ਉੱਥੇ ਧਰਨਾ ਲੱਗਾ ਹੋਇਆ। ਉਸੇ ਹੀ ਵਜ੍ਹਾ ਦੇ ਕਰਕੇ ਧਰਨੇ ਦਾ ਕਿ ਲੋਕਾਂ ਨੂੰ ਕੋਈ ਰਾਹਤ ਦੇਣੀ ਸਾਡੀ ਬਣਦੀ ਆ। ਔਰ ਜਿਹੜੀਆਂ ਇੱਕ ਹੋਰ ਚੀਜ਼ਾਂ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਕਿ ਨਕੋਦਰ ਹਲਕੇ ਦੇ MLA ਦੀਆਂ ਮਸ਼ੀਨਾਂ ਚੱਲਦੀਆਂ ਜੀ, ਇਹ ਚੱਲਦਾ ਜੀ, ਉਹ ਚੱਲਦਾ ਜੀ। ਕੋਈ 1 ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਜਾਂ ਕੋਈ ਮੇਰੀ ਮਸ਼ੀਨਰੀ ਸਾਬਤ ਕਰਦਾ ਤੇ ਮੈਂ ਉਹਦੀ ਦੇਣਦਾਰ ਹੋਵੇਗੀ। ਪੰਜਾਬ ਦੇ ਵਿੱਚ ਮੇਰੀ 1 ਮਸ਼ੀਨ, 1 ਟਿੱਪਰ, ਕੋਈ ਇੱਕ ਸਿੰਗਲ ਚੀਜ਼ ਨਹੀਂ ਚੱਲਦੀ। ਇਹ ਜਿਹੜੀਆਂ ਚੀਜ਼ਾਂ ਦੇ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ, ਮੈਂ ਆਪਣੇ ਵੋਟਰਾਂ ਨੂੰ, ਸਪੋਰਟਰਾਂ ਨੂੰ, ਸਭ ਨੂੰ ਪੰਜਾਬ ਜਿਹੜੇ ਮੇਰੇ ਹਲਕੇ ਦੇ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਕੋਈ ਕਿਸੇ ਦੀ ਗੱਲ 'ਚ ਨਾ ਆਵੇ। ਜੇ ਕਿਸੇ ਦਾ ਕੋਈ ਸਵਾਲ ਆ, ਜੇ ਕੋਈ ਮੈਨੂੰ ਕੁਝ ਕਹਿਣਾ ਪੁੱਛਣਾ ਚਾਹੁੰਦਾ ਤੇ ਡਾਇਰੈਕਟ ਮੇਰੇ ਕੋਲ ਪਹੁੰਚੇ, ਮੈਂ ਉਹਨਾਂ ਨੂੰ ਸੈਟੀਸਫਾਈਡ ਕਰਵਾਉਂਗੀ। ਔਰ ਅੱਜ ਮੈਨੂੰ ਬੜੀ ਤਕਲੀਫ ਆ, ਮੈਂ ਬੜੇ ਇਸ ਗੱਲ ਦੀ ਕਿ ਪਿਛਲੇ 3 ਦਿਨ ਤੋਂ ਮੇਰੇ ਆਪਣੇ ਹਲਕੇ ਦੇ ਲੋਕ ਜਿਹੜੇ ਆ ਉਹ ਉਸ ਰੋਡ ਵਾਸਤੇ ਤੇ ਓਵਰਲੋਡਿੰਗ ਵਾਸਤੇ ਧਰਨੇ ਤੇ ਬੈਠੇ ਆ। ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਮੇਰੀ ਟਰਾਂਸਪੋਰਟ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਹੈ ਕਿ ਓਵਰਲੋਡ ਗੱਡੀਆਂ, ਓਵਰਲੋਡ ਜਿਹੜੇ ਟਿੱਪਰ ਨੇ ਰੇਤਾ ਵਾਲੇ, ਉਹ ਮੇਰੇ ਹਲਕੇ ਦੇ ਵਿੱਚ ਹਰਗਿਜ਼ ਬਰਦਾਸ਼ਤ ਨਹੀਂ ਹੋਣੇ, ਜਿਹਦੇ ਲਈ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਉਹਨਾਂ ਨੇ ਮੇਰੀ ਬੇਨਤੀ ਮਨਜ਼ੂਰ ਵੀ ਕਰ ਲਈ ਆ ਕਿ ਓਵਰਲੋਡ ਜਿਹੜੀਆਂ ਗੱਡੀਆਂ ਹੋਣਗੀਆਂ ਉਹ ਹਲਕੇ ਦੇ ਵਿੱਚੋਂ ਕਿਤੇ ਵੀ ਨਹੀਂ ਚੱਲਣਗੀਆਂ ਪੰਜਾਬ 'ਚ ਇਨਫੈਕਟ। ਪਰ ਮੈਂ ਆਪਣੇ ਹਲਕੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਇੱਥੋਂ ਓਵਰਲੋਡ ਗੱਡੀ ਕਿਸੇ ਵੀ ਰੋਡ ਦੇ ਉੱਤੋਂ ਜਿਹੜੀ ਉਹ ਨਹੀਂ ਨਿਕਲੂਗੀ। ਤੁਹਾਨੂੰ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਜਿਹੜਾ ਇੱਥੋਂ ਓਵਰਲੋਡ ਗੱਡੀਆਂ ਜਾਣਗੀਆਂ ਉਹਨਾਂ ਦੇ ਚਲਾਨ ਹੋਣਗੇ? ਬਿਲਕੁਲ ਭਰੋਸਾ ਵੀ ਦਿੱਤਾ ਉਹਨਾਂ ਨੇ। ਨਾਲ ਦੀ ਨਾਲ ਉਹਨਾਂ ਨੇ ਇੱਥੇ ਦੇ RTO ਸਾਹਿਬ ਨੂੰ ਕਾਲ ਵੀ ਕਰ ਦਿੱਤੀ। ਮੈਨੂੰ RTO ਸਾਹਿਬ ਦੀ ਕਾਲ ਵਾਪਸ ਵੀ ਆ ਗਈ ਆ ਕਿ ਕਿੱਥੇ ਕਿੱਥੇ ਇਹ ਪ੍ਰੋਬਲਮ ਆ, ਉਹ ਉੱਥੇ ਪਹੁੰਚਣਗੇ ਤੇ ਉਹਦਾ ਨਾਕਾ ਵੀ ਲੱਗੂਗਾ ਔਰ ਲੋਕਾਂ ਦੇ ਚਲਾਨ ਵੀ ਹੋਣਗੇ, ਜਿਹੜੀਆਂ ਬਾਉਂਡ ਕਰਨ ਵਾਲੀਆਂ ਬਾਉਂਡ ਵੀ ਹੋਣਗੀਆਂ। ਔਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਆ ਕਿ ਜਿਹੜੀਆਂ ਵੀ ਜ਼ਿਆਦਤੀਆਂ, ਜਿਹੜੀ ਵੀ ਕੋਈ ਗੈਰ ਕਾਨੂੰਨੀ ਕੰਮ ਹੋਊਗਾ, ਅਸੀਂ ਉਹ ਨਹੀਂ ਹੋਣ ਦੇਵਾਂਗੇ। ਜਿਹੜੇ ਇਸ ਵੇਲੇ ਅੱਤ ਦੀ ਗਰਮੀ 'ਚ ਉੱਥੇ ਲੋਕ ਬੈਠੇ ਆ, ਉਹਨਾਂ ਦੇ ਕੋਲ ਤੁਸੀਂ ਹਮਦਰਦੀ ਪ੍ਰਗਟ ਕਰਨ ਲਈ ਜਾਂ ਆਪਣੀ ਸਰਕਾਰ ਦਾ ਪੱਖ ਲੈ ਕੇ ਕਦੋਂ ਜਾ ਰਹੇ ਹੋ? ਮੈਂ ਬਸ ਜਲਦੀ ਕੋਸ਼ਿਸ਼ ਕਰ ਰਹੀ ਹਾਂ ਕਿ ਪਿਛਲੇ 3-4 ਦਿਨ ਲਗਾਤਾਰ ਮੈਨੂੰ ਚੰਡੀਗੜ੍ਹ ਵੀ ਜਾਣਾ ਪਿਆ ਔਰ ਉੱਥੋਂ ਲੇਟ ਵਾਪਸੀ ਸੀ। ਅੱਜ ਮੈਂ ਇੱਥੇ ਹਾਂ ਪਰ ਉਹਦੇ ਸਵੇਰ ਦਾ ਬੜਾ ਰਸ਼ ਰਿਹਾ ਕਿ ਲੋਕਾਂ ਦੇ ਕਾਰੋਬਾਰ ਸਾਰੇ ਕੰਮਕਾਰ ਕਰਨ ਵਾਲੇ ਸੀ। ਮੈਂ ਉਹਨਾਂ ਦੇ ਕੋਲ ਪਹੁੰਚੂੰਗੀ, ਜਲਦੀ ਪਹੁੰਚੂੰਗੀ। ਮੈਨੂੰ ਡਿਪਾਰਟਮੈਂਟ ਵੱਲੋਂ ਇੱਕ ਮੈਨੂੰ ਆਸ਼ਵਾਸਨ ਆ ਜਾਏ ਕਿ ਵੀ ਮਨਜ਼ੂਰੀ ਹੋ ਗਈ ਆ ਔਰ ਕਿੰਨੇ ਦਿਨਾਂ 'ਚ ਅਸੀਂ ਸੜਕ ਸ਼ੁਰੂ ਕਰ ਰਹੇ ਹਾਂ। ਮੈਂ ਕੋਈ ਗਲਤ ਕਮਿਟਮੈਂਟ ਆਪਣੇ ਲੋਕਾਂ ਦੇ ਨਾਲ ਕੋਈ ਧੋਖਾ ਨਹੀਂ ਕਰਨਾ ਚਾਹੁੰਦੀ। ਮੈਨੂੰ ਸਹੀ ਪਤਾ ਲੱਗ ਜਾਏ ਕਿ ਸਾਡੀ ਸੜਕ ਜਿਹੜੀ ਆ ਉਹ 2 ਮਹੀਨਿਆਂ 'ਚ ਬਣਦੀ ਹੈ ਜਾਂ 3 ਮਹੀਨਿਆਂ 'ਚ ਬਣਦੀ, ਉਸ ਹਿਸਾਬ ਨਾਲ ਮੈਂ ਉਹਨਾਂ ਦੇ ਰੂਬਰੂ ਹੋਊਂਗੀ। ਹਾਂ, DC ਸਾਹਿਬ ਨਾਲ ਮੇਰੀ ਗੱਲ ਹੋ ਚੁੱਕੀ ਹੈ। ਉਹ ਕਹਿੰਦੇ ਕਿ ਜੇ ਕੁਝ ਫੰਡ ਤੁਹਾਨੂੰ ਉਸ ਸੜਕ ਨੂੰ ਚੱਲਦਾ ਕਰਨ ਵਾਸਤੇ ਚਾਹੀਦੇ ਆ ਜਾਂ ਅਸੀਂ ਉਹਨੂੰ ਪੱਥਰ ਵਗੈਰਾ ਪਾ ਕੇ ਅਸੀਂ ਉਹਨੂੰ ਚਲਾ ਲਈਏ ਤੇ ਉਹਦੇ ਵਾਸਤੇ ਮੇਰੀ DC ਸਾਹਿਬ ਨਾਲ ਗੱਲ ਹੋ ਗਈ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਉਹ ਕੰਮ ਉਹਨਾਂ ਕਰਵਾ ਸਕਦੇ ਆ ਔਰ ਮੈਂ ਜਲਦੀ ਜਿਹੜੇ ਧਰਨਾਕਾਰੀ ਮੇਰੇ ਵੀਰ ਬਜ਼ੁਰਗ ਬੈਠੇ ਆ ਮੈਂ ਉਹਨਾਂ ਕੋਲ ਪਹੁੰਚੂਗੀ ਜੀ। ਤੁਹਾਡਾ ਮੰਨਣਾ ਕਿ ਜਿਹੜੀ ਤੁਹਾਡੀ ਸਰਕਾਰ ਵੇਲੇ ਮਾਈਨਿੰਗ ਪਾਲਿਸੀ ਦੇ ਅਧੀਨ ਖੱਡ ਚੱਲੀ ਆ ਤੇ ਜਿਹੜੀਆਂ ਸੜਕਾਂ ਟੁੱਟੀਆਂ ਤਾਂ ਪਿਛਲੇ 10 ਸਾਲ ਤੋਂ ਇਸ ਤਰ੍ਹਾਂ ਚੱਲਦੀਆਂ, ਇਹ ਪਹਿਲੀ ਸਰਕਾਰ ਵੇਲੇ ਦਾ ਸਾਰਾ?
ਬਿਲਕੁਲ ਪਹਿਲੀ ਸਰਕਾਰ ਵੇਲੇ ਦਾ ਹੈ। ਇਸੇ ਕਰਕੇ ਹੀ ਮੈਂ ਉਹਨਾਂ ਨੂੰ ਰਿਕੁਐਸਟ ਕਰਨ ਜਾਣਾ ਕਿ ਪਿਛਲਿਆਂ ਦੀਆਂ ਕੀਤੇ ਕਾਰਨਾਮੇ ਜਿਹੜੇ ਆ ਉਹਦਾ ਸਾਨੂੰ ਉਹਦਾ ਹਿੱਸੇਦਾਰ ਤੁਸੀਂ ਨਾ ਬਣਾਓ, ਸਾਡਾ ਸਾਥ ਦਿਓ, ਸਾਨੂੰ ਸਮਾਂ ਦਿਓ ਤਾਂ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਠੀਕ ਕਰਕੇ ਤੁਹਾਡੇ ਸਾਹਮਣੇ ਲਿਆ ਸਕੀਏ। ਸਮਾਂ ਤਾਂ ਮੰਗਦਾ ਹੀ ਹੈ ਨਾ ਕਿ ਸੜਕ ਕੋਈ ਐਸੀ ਚੀਜ਼ ਨਹੀਂ ਕਿ ਜਿਹਨੂੰ ਆਪਾਂ ਰਾਤੋਂ ਰਾਤ ਬਣਾ ਦਈਏ। ਔਰ ਸੜਕ ਵੀ ਸਾਨੂੰ ਇਹ ਕਿਉਂਕਿ ਮਾਈਨਿੰਗ ਖੱਡ ਹੈ, ਮਾਈਨਿੰਗ ਜਿਹੜਾ ਇਹ ਏਰੀਆ ਆ ਇਹਦੇ ਵਿੱਚ ਮਾਈਨਿੰਗ ਹੋਣੀ ਆ। ਬਹੁਤ ਪਰੇਸ਼ਾਨੀ 'ਚ ਨੇ ਲੋਕ ਜਿਹੜੇ ਜਿਨ੍ਹਾਂ ਦੀ ਸਾਰੀ ਕੰਸਟਰਕਸ਼ਨ ਰੁਕੀ ਪਈ ਆ, ਸਰਕਾਰੀ ਕੰਮ ਰੁਕੇ ਹੋਏ ਨੇ, ਲੋਕਾਂ ਦੇ ਘਰਾਂ ਦੇ ਕੰਮ ਰੁਕੇ ਹੋਏ ਨੇ। ਜਿਹੜੀ ਦਿੱਤਾ ਉਹਨਾਂ ਨੂੰ 15-18 ਰੁਪਏ ਦੇ ਵਿੱਚ 10-15 ਰੁਪਏ ਦੇ ਵਿੱਚ ਮਿਲਦੀ ਸੀ, ਉਹਦੇ ਰੇਟ ਜਿਹੜੇ ਉਹ ਸਮਾਨ ਸ਼ੁਗ ਹੈ। ਉਹਦਾ ਕਾਰਨ ਕਿ ਮਾਈਨਿੰਗ ਪਾਲਿਸੀ ਜਿਹੜੀ ਆ ਉਹਨੂੰ ਜੇ ਟਾਈਮ ਵੀ ਲੱਗੇ ਬਣਨ ਨੂੰ ਤੇ ਲੱਗੇ, ਐਸੀ ਪਾਲਿਸੀ ਪੰਜਾਬ ਸਰਕਾਰ ਸਾਹਮਣੇ ਲੈ ਕੇ ਆ ਰਹੀ ਹੈ ਕਿ ਜਿਹਨੂੰ ਰਿਵਾਈਜ਼ ਨਾ ਕਦੀ ਵੀ ਕਰਨਾ ਪਵੇ। ਸਿਰਫ ਲੋਕਾਂ ਦੇ ਤਕਲੀਫਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕੁਝ ਖੱਡਾਂ ਜਿਹੜੀਆਂ ਉਹ ਚਾਲੂ ਕੀਤੀਆਂ ਗਈਆਂ ਤਾਂ ਕਿ ਛੋਟੀ ਮੋਟੀ ਰਾਹਤ ਜਿਹੜੀ ਆ ਉਹ ਆਮ ਇਨਸਾਨ ਨੂੰ ਮਿਲ ਸਕੇ। ਇਹ ਨਾ ਹੋਵੇ ਕਿ ਬਿਲਕੁਲ ਨਿਕਾਸੀ ਬੰਦ ਆ ਤੇ ਬਿਲਕੁਲ ਨਿਕਾਸੀ ਬੰਦ ਦੇ ਨਾਲ ਪੰਜਾਬ ਤੇ ਨਹੀਂ ਚੱਲ ਸਕਦਾ। ਲੋਕ ਵੀ ਇਹ ਸਫ਼ਰ ਕਰਦੇ ਆ, ਉਹਨਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ। ਧੰਨਵਾਦ, ਥੈਂਕ ਯੂ। ਸੰਗਤ ਅਸੀਂ ਤਾਂ ਬੇਨਤੀਆਂ ਕਰਦੇ ਹਾਂ। ਨਹੀਂ ਹੁਕਮ ਸੰਗਤ ਇਹ ਗੱਲ ਇਹ ਆ ਵੀ ਪਹਿਲੇ ਵੀ ਤੁਹਾਨੂੰ 2 ਵਾਰੀ ਹੀ ਮਿਲ ਚੁੱਕੇ ਜਥੇਬੰਦੀਆਂ ਵੱਲੋਂ ਤੇ ਜਥੇਬੰਦੀਆਂ ਨੇ ਹੁਣ ਇੱਥੇ ਵੀ ਧਰਨਾ ਲਾਇਆ। ਧਰਨਾ ਸਾਨੂੰ ਕਿਉਂ ਲਾਉਣਾ ਪਿਆ? ਕਿਉਂਕਿ ਉਹ ਜੋ ਪਹਿਲਾਂ ਸੀ ਅੱਜ ਤੋਂ 3-4 ਸਾਲ ਪਹਿਲਾਂ ਉਹੀ ਕੰਮ ਫੇਰ ਹੋਣ ਲੱਗ ਪਿਆ ਸੀ ਕਿ ਬੜੇ ਬੜੇ ਟਿੱਪਰ ਜਿਹੜੇ ਆ ਲੱਦ ਕੇ ਤੇ ਆ ਰਾਹ ਆਪਾਂ ਦੇਖ ਸਕਦੇ ਆ ਵੀ ਕਿੱਦਾਂ ਦੀ ਹਾਲਤ ਆ। ਤੇ ਆ ਵੀ ਇਹਨਾਂ ਨੇ ਪਿੰਡ ਦੀ ਪੰਚਾਇਤ ਨੇ ਪਹਿਲਾਂ ਤਾਂ ਇੱਥੇ ਟੋਏ ਏਡੇ ਸੀ ਵੀ ਮੇਰੇ ਖਿਆਲ 20-25-30 ਟਰਾਲੀਆਂ ਇਹਨਾਂ ਨੇ ਲਿਆ ਕੇ ਪਾ ਕੇ ਤਾਂ ਮਾੜਾ ਜਿਹਾ ਟੋਆ ਕੀਤਾ ਸੀ। ਤੇ ਉਹਦੇ ਲਈ ਸਮੱਸਿਆ ਇਹ ਆ ਪਿੰਡ ਦੀ, ਸਭ ਇਲਾਕੇ ਦੀ ਸਮੱਸਿਆ ਵੀ ਠੀਕ ਹੈ ਰੇਤਾ ਤਾਂ ਚੱਲਣਾ ਹੀ ਚੱਲਣਾ ਇਹ 'ਚ ਕੋਈ, ਕਿਉਂਕਿ ਲੋਕਾਂ ਨੇ ਘਰ ਵੀ ਬਣਾਉਣੇ, ਰੇਤਾ ਵੀ ਚਾਹੀਦਾ। ਪਰ ਉਹਦੇ ਲਈ ਕੋਈ ਇਹਦਾ ਮਤਲਬ ਨਾ ਕੋਈ ਰੋਡ ਮੈਪ ਪੈਦਾ ਹੋਵੇ। ਹੁਣ ਜਿੱਦਾਂ ਪਰਸੋਂ ਅਸੀਂ ਇੱਥੇ ਇੱਕ ਟਿੱਪਰ ਫੜਿਆ ਜੀ, ਇੱਥੇ ਬੈਠਿਆ ਨੇ, ਜਿਹੜਾ ਸਰਕਾਰ ਦੇ ਖਜ਼ਾਨੇ 'ਚ ਪੈਸਾ ਤਰਿਆ ਉਹ ਤਾਂ 4 ਸੈਂਕੜੇ ਦਾ ਲਗਭਗ 4.25 ਸੈਂਕੜੇ ਦੇ ਪੈਸੇ ਜਿਹੜੇ ਘੱਟ ਹੋਏ ਆ। ਪਰ ਜਦੋਂ ਇੱਥੇ ਟਿੱਪਰ ਦੇਖਿਆ ਤਾਂ ਉਹ 'ਚ 11.25 ਸੈਂਕੜੇ ਜਿਹੜਾ ਰੇਤਾ ਸੀ। ਅਸੀਂ ਸਮਝਦੇ ਵੀ ਜਿੱਥੇ ਲੋਕਾਂ ਨਾਲ ਦੁੱਖ ਉੱਥੇ ਸਰਕਾਰ ਨਾਲ ਵੀ ਦੁੱਖ ਹੈ ਵੀ ਓਵਰਲੋਡਿੰਗ ਵੀ ਚੱਲਦੀ ਆ ਤਾਂ ਰੇਤ ਮਾਫੀਆ ਵੀ ਜਿਹੜਾ ਕੰਮ ਕਰ ਰਿਹਾ। ਉਹਦੇ ਲਈ ਅਸੀਂ ਸੀਗਾ ਵੀ ਤੁਹਾਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਓਵਰਲੋਡ ਟਿੱਪਰ ਆ, ਜਿਹੜੀਆਂ ਸੜਕਾਂ ਜਿਹੜੀਆਂ ਬਣੀਆਂ ਆ, ਸਰਕਾਰ ਦਾ ਲੋਕਾਂ ਦਾ ਪੈਸਾ ਲਗਾਇਆ ਆ। ਹੁਣ ਸੜਕ ਤੁਸੀਂ ਇਹ ਸਾਰੀ ਜਗ੍ਹਾ ਮਾਰਿਓ, ਸਾਰੀ ਸੜਕ ਤੇ ਬਹਿ ਗਈ, ਹਲੇ ਬਣੀ ਹੋਈ ਨੂੰ ਸਾਲ ਨਹੀਂ। ਤੇ ਉਹ ਮੁੜ ਕੇ ਫੇਰ ਕਿਉਂਕਿ ਬਣਦੀ ਸੜਕ ਮਸੀਂ 25-37 ਸਾਲ ਹੀ ਬਣਨੀ ਆ। ਜੇ ਮੁੜ ਕੇ ਲੋਕਾਂ ਦਾ ਇਹ ਹਾਲ ਟੁੱਟਣ ਦਾ ਰਿਹਾ ਤਾਂ ਫਿਰ ਸਾਡੇ ਲਈ ਤਾਂ ਮੁਸੀਬਤ ਆ ਨਾ। ਉਹਦਾ ਹੈਗਾ। ਤੇ ਦੂਜਾ ਜਿਹੜਾ ਹੈਗਾ ਵੀ ਮਤਲਬ ਸਾਡੇ ਇੱਥੇ ਨਾ ਪਾਣੀ ਜਿਹੜਾ ਗੰਦਾ ਉਹ ਸਾਰਾ ਹੀ ਬੋਰਾਂ ਦੇ ਵਿੱਚ, ਉਧਰ ਵੀ ਤੁਹਾਨੂੰ ਮੰਗ ਦੇ ਕੇ ਆਏ ਕਿ ਸਾਰਾ ਹੀ ਬੋਰਾਂ ਦੇ ਵਿੱਚ ਪਾਣੀ ਉਹ ਕੈਮੀਕਲ ਵਾਲਾ ਜਿਹੜਾ ਲੁਧਿਆਣੇ ਦਾ ਪਾਣੀ ਧੜਾ ਧੜ ਸੱਟਿਆ ਜਾ ਰਿਹਾ। ਉਹਦੇ ਨਾਲ ਬਿਮਾਰੀਆਂ ਜਿਹੜੀਆਂ ਲੱਗਣੀਆਂ ਉਹ ਤਾਂ ਹੈਗੀਆਂ ਹੀ ਆ। ਤੇ ਸਾਡਾ ਸਾਰਾ ਕੁਝ ਜੀਵ ਨਹੀਂ ਉਸ ਗੱਲ ਤੇ ਖੜਾ ਜੋ ਬੋਰਾਂ ਦੇ ਵਿੱਚ ਪਾਣੀ ਆ ਗਿਆ। ਉਹ ਤਾਂ ਆ ਗਿਆ ਵੀ ਜਿਹੜਾ ਇਹ ਰੇਤਾ ਕੱਢਦੇ ਆ ਨਾ, ਇਹ ਵੱਡੀਆਂ ਵੱਡੀਆਂ ਪੋਪਲੇਨਾਂ ਪਾ ਕੇ ਨਾ 50-50 ਫੁੱਟ ਥੱਲੇ ਤੇ ਰੇਤਾ ਚੁੱਕੀ ਆ। ਜਦੋਂ ਉਦੋਂ ਟਿੱਪਰ ਚੱਲਦੇ ਆ, ਜਦੋਂ ਉਹ ਘੱਟੋ ਘੱਟ ਉਹਨਾਂ ਦਾ ਸਕੂਲ ਦਾ ਟਾਈਮ ਜਿਹੜਾ ਛੁੱਟੀ ਵਾਲਾ ਵੀ ਤਾਂ ਸਵੇਰੇ ਜਾਣ ਵਾਲਾ ਵੀ, ਉਦੋਂ ਬੱਸਾਂ ਵਾਲੇ ਸਾਡੇ ਪਿੰਡਾਂ ਨੂੰ ਆਉਂਦੇ ਨਹੀਂ। ਉਹ ਕਹਿੰਦੇ ਵੀ ਸਾਡੀ ਤਾਂ ਬੱਸ ਹੀ ਨਹੀਂ ਨਿਕਲਦੀ। ਸਕੂਲ ਵਾਲੇ ਭੇਜਦੇ ਨੇ, ਬਾਕੀ ਪਿੰਡਾਂ ਦੇ ਨਿਆਣੇ ਜਿਹੜੇ ਆ ਉਹ ਰੁਕ ਜਾਂਦੇ ਆ ਵੀ ਲੇਟ ਹੋ ਜਾਂਦੇ ਆ ਵੀ ਤਾਂ ਕਰਕੇ ਅਸੀਂ ਇੱਧਰ ਬੱਸ ਨਹੀਂ ਭੇਜਣੀ। ਉਹ ਸਮੱਸਿਆ ਵੀ ਹੈਗੀ ਆ ਵੀ ਘੱਟੋ ਘੱਟ ਉਹ ਜਿਹੜਾ ਸਵੇਰ ਵਾਲਾ ਟਾਈਮ ਜਿੱਦਾਂ 8 ਵਜੇ ਤੋਂ 9 ਵਜੇ ਤੇ ਹੋਵੇ ਤੇ ਸ਼ਾਮ ਦਾ ਜਿਹੜਾ 2 ਤੋਂ 3 ਵਜੇ ਤੇ ਹੋਵੇ, ਜਦ ਸਕੂਲ ਤੋਂ ਬੱਚੇ ਆਉਂਦੇ 1 ਘੰਟਾ ਵਿੱਚ ਉਹ ਚਾਹੀਦਾ ਵੀ ਘੱਟੋ ਘੱਟ ਬੱਸਾਂ ਜਿਹੜੀਆਂ ਆਪਣੇ ਬੱਚੇ ਛੱਡ ਕੇ ਮੁੜ ਜਾਣ। ਤੇ ਉਦੋਂ ਬਾਅਦ ਟਿੱਪਰ ਨਿਕਲ ਵੀ ਜਾਵੇ। ਬੱਚਿਆਂ ਦਾ ਜਿਹੜਾ ਬੱਸਾਂ ਦਾ ਇੱਕ ਜੇ ਆਪਾਂ 2 ਘੰਟੇ ਜੇ ਅਸੀਂ 2 ਜਾਂ 3 ਘੰਟੇ ਇਹਨਾਂ ਨੂੰ ਰੋਕਾਂਗੇ ਫਿਰ ਸਾਡੇ ਕੋਲ ਰਿਲੈਕਸੇਸ਼ਨ ਮੰਗਣਗੇ 2-3 ਘੰਟੇ ਦੀ, ਫਿਰ ਕਿਦਾਂ ਦੇਵਾਂਗੇ? 9 ਵਜੇ ਤੇ ਹੈਗੀ ਆ ਜੀ, 9 ਵਜੇ ਤੇ ਕਿਹੜਾ ਚਲੋ ਜਿਹੜੀਆਂ 6 ਵਜੇ 7 ਵਜੇ ਲਾਸਟ ਟਾਈਮ ਆ, 7 ਵਜੇ ਦੀਆਂ ਨਿਕਲੀਆਂ ਹੋਈਆਂ ਪਰਚੀਆਂ ਜਿਹੜੀਆਂ ਆ ਉਹ ਭਰਨ ਨੂੰ ਆਪਾਂ 9 ਵਜੇ ਤੇ ਕਹਿ ਦਿੱਤਾ ਜੀ। ਤੇ ਜੇ ਮਤਲਬ ਅਸੀਂ ਦਿਨ ਦੇ ਵਿੱਚ ਫਿਰ ਰੋਕਾਂਗੇ, ਕਿਉਂਕਿ ਗੱਲ ਨਿੱਕੀ ਨਿੱਕੀ ਕਲੀਅਰ ਹੋ ਜਾਣੀ ਚਾਹੀਦੀ। ਜੇ ਅਸੀਂ ਰੋਕਦੇ ਹਾਂ, ਮੰਨ ਲਓ ਸਾਡੀ ਸੇਫਟੀ ਬੱਚਿਆਂ ਦੀ ਬਹੁਤ ਜ਼ਰੂਰੀ ਹੈ, ਹੋਣੀ ਵੀ ਚਾਹੀਦੀ ਹੈ। ਐਕਸੀਡੈਂਟ ਬਹੁਤ ਹੋਏ ਜੀ। ਜੇ ਉਹ ਅਸੀਂ ਰੋਕਾਂਗੇ, ਮੰਨ ਲਓ ਘੰਟਾ ਸਵੇਰੇ ਰੋਕ ਲਿਆ, ਘੰਟਾ ਸ਼ਾਮ ਨੂੰ ਰੋਕਾਂਗੇ ਤੇ ਫਿਰ ਰਿਲੈਕਸੇਸ਼ਨ ਫਿਰ ਮੰਗਣਗੇ, ਫਿਰ ਕੀ ਕਰਾਂਗੇ? ਤਾਂ ਮੰਗਣ ਦੇਖੋ ਹੁਣ ਸਾਡੇ ਕੋਲ ਮੰਨੇ ਆ
ਅੱਛਾ ਮੇਰੇ ਕੋ ਆਏ ਸੀਗੇ ਇਹ ਹੋਇਆ ਵੀ ਸਾਡੇ ਪਹਿਲਾਂ ਵੀ ਮੇਰੇ ਕੋ ਉਹ ਕਹਿੰਦੇ ਅੱਗੇ ਵੀ ਤੁਸੀਂ ਪਿਆਰ ਨਾਲ ਕਹਿੰਦੇ ਅੱਗੇ ਵੀ ਆਪਸ ਚੱਲਦਾ ਵਿੱਚ ਮਿਲ ਕਹਿੰਦੇ ਮਿਲਾ ਕੇ ਅੱਗੇ ਉਹ ਵੀ ਤੁਸੀਂ ਆਪਣੇ ਤੌਰ ਤੇ ਅੱਗੇ ਵੀ ਕਹਿੰਦੇ ਚੱਲਦਾ ਹੈ ਨਹੀਂ ਮੈਡਮ ਜੀ ਇੱਕ ਹੈਗਾ ਮਤਲਬ ਇਹਦਾ ਇਹ ਨਹੀਂ ਪ੍ਰੋਸੀਜਰ ਨਹੀਂ ਹੈ, ਹਰ ਚੀਜ਼ ਦਾ ਪ੍ਰੋਸੀਜਰ ਹੈ। ਜਿਹੜੀਆਂ ਜਿਸ ਵੇਲੇ ਇਹ ਮੇਨ ਰੋਡ ਦੇ ਉੱਤੇ ਲਿੰਕ ਰੋਡ ਨੂੰ ਪਾਉਂਦੇ ਆ ਉੱਥੇ ਲਾਈਨਾਂ ਚਲਾ ਲੈਂਦੇ ਆ ਜੀ, ਉਹੀ ਟਾਈਮ ਬੱਚੇ ਦਾ ਹੁੰਦਾ। ਅਗਰ ਇਹ ਜੇ ਇਹਨਾਂ ਨੇ ਜਾਣਾ ਵੀ ਆ ਉਹ ਮੇਨ ਰੋਡ ਤੇ ਰੱਖ ਲੈਣ, ਉਹ ਆਪਣੀ ਲਿੰਕ ਰੋਡ ਤੇ ਜਾ ਕੇ ਬੱਚਿਆਂ ਨੂੰ ਪਿੰਡਾਂ ਤੋਂ ਚੱਕ ਸਕਦੇ ਆ ਨਾ, ਕੰਪਰੋਮਾਈਜ਼ ਹੋ ਸਕਦਾ, ਐਸੀ ਗੱਲ ਨਹੀਂ। ਇੱਕ ਨਾ ਤੁਹਾਡੇ 2-4 ਬੰਦੇ ਜਿਹੜੇ ਹੈਗੇ ਆ ਉਹ ਉੱਥੇ ਉਹਨਾਂ ਨੂੰ ਇੰਸਟਰਕਸ਼ਨ ਮੈਂ ਕਰ ਦਿੰਦੀ ਆ, ਹਾਂਜੀ ਗੱਲ ਕਰ ਲੈਂਦੀ ਆ ਜੀ ਮਾਈਨਿੰਗ ਆਫੀਸਰ ਦੇ ਨਾਲ, ਤਾਂ ਡੀਸੀ ਸਾਹਿਬ ਨੂੰ ਕਹਿ ਦਿੰਦੇ ਆ ਕਿ ਕੋਈ 2-4 ਜਿਹੜੇ 2 ਬੰਦੇ ਉਹਨਾਂ ਦੇ ਮੇਨ ਨੇ ਹਾਂਜੀ ਉਹ ਆ ਕੇ ਤੁਹਾਡੇ ਨਾਲ ਇਹਨਾਂ ਛੋਟੀਆਂ ਗੱਲਾਂ ਤੇ ਹਾਂਜੀ। ਡਿਸਕਸ਼ਨ ਕਰ ਲੈਣ ਹਾਂਜੀ ਕਿ ਵੀ ਤੁਹਾਨੂੰ, ਕਿਉਂਕਿ ਤੁਹਾਡੇ ਸਹਿਯੋਗ ਬਿਨਾਂ ਕੋਈ ਕੰਮ ਨਹੀਂ ਚੱਲਦਾ। ਨਹੀਂ ਅਸੀਂ ਸਹਿਯੋਗ ਦੇਣ ਨੂੰ ਤਿਆਰ ਕੁਛ ਨਾ ਹਾਂ। ਮੇਰਾ ਹਾਂਜੀ ਫੋਨ ਨਹੀਂ, ਉਹਦੇ ਵਿੱਚ ਜਦੋਂ PDF ਆਈ ਹੋਈ ਆ ਠੇਕੇ ਵਾਲੇ ਜਿਹੜੇ ਹੁਣ ਮੈਡਮ ਇੱਕ ਜਿਹੜੀ ਸਾਨੂੰ ਹੁਣ ਸਮੱਸਿਆ ਆਈ, ਦੇਖੋ ਇਹਨੂੰ ਹਾਲੇ ਸਾਲ ਨਹੀਂ ਬਣਿਆ ਇਹ ਸੜਕ ਨੂੰ ਹੋਈ ਨੂੰ। ਇੱਥੇ ਖੜ ਕੇ ਬਣਾਉਂਗੀ ਨਾਲ ਮੈਡਮ ਸਾਡੇ ਘਰ ਇੱਕ ਵਾਰ ਜਾ ਕੇ ਤੁਸੀਂ ਦੇਖਿਓ, ਸਾਡੇ ਘਰ ਸਾਫ਼ ਹੈ ਇੱਥੇ ਅਸੀਂ ਰੋਜ਼ ਝਾੜੂ ਪੋਚਾ ਲਾਉਂਦੇ ਰਹਿੰਦੇ, ਕਿਸੇ ਵੇਲੇ ਸਾਨੂੰ ਮੈਂ ਜੇ ਮੈਡਮ ਅਸੀਂ ਸਮਝ ਆਉਂਦੀ ਆ ਬਸ ਬਸ ਥੋੜਾ ਟਾਈਮ ਦੇ ਦਿਓ। 2 ਮਹੀਨੇ ਹੋਰ ਝਾੜੂ ਮਾਰ ਖੜੇ ਹੋ ਕੇ ਕਹਿੰਦੇ ਵੀ ਗਾਣੇ ਚੜਾਉਂਦੇ ਅੱਖਾਂ ਕੱਢ ਇਹਨਾਂ ਨੇ ਝਾੜੂ ਮਾਰ ਲਿਆ ਆ ਬੁਲਾਇਓ ਮੁਲਾਜ਼ਮ ਨੂੰ, ਬਲਕੇ ਵਾਲੇ ਨੂੰ। ਪੂਰੀ ਰਾਤ ਨਿਕਲ ਗਏ। ਇੱਧਰ ਆਇਓ ਜੀ। ਇੱਕ ਤਾਂ ਸਪੀਡ ਲਿਮਟ ਇੱਥੋਂ ਜਾਣ ਵਾਲੇ ਟਿੱਪਰਾਂ ਦੀ, ਨੰਬਰ 2 ਤੇ ਕਿਸੇ ਦਾ 뮤직 ਨਹੀਂ ਚੱਲਦਾ ਹੋਣਾ ਚਾਹੀਦਾ। ਠੀਕ ਹੈ ਜੀ, ਜਿਹੜਾ ਮਤਲਬ ਇੱਥੇ ਤੁਸੀਂ ਨਾ ਥੋੜਾ ਬਹੁਤਾ ਪੈਟਰੋਲਿੰਗ ਰੱਖਿਆ ਕਰੋ, ਥੋੜੀ ਬਹੁਤੀ ਪੈਟਰੋਲਿੰਗ ਰੱਖਿਆ ਕਰੋ, ਪਿੰਡ ਦੇ ਵਿੱਚੋਂ ਨਿਕਲਦੀ ਆ। ਹਲੋ ਦੂਜੇ ਗਲਾਸ ਦੀ ਆਪਾਂ ਮੈਡਮ ਇਦਾਂ ਕਰ ਸਕਦੇ ਆਪਾਂ ਇਦਾਂ ਕਰ ਸਕਦੇ ਬੰਦ ਨਹੀਂ ਹੋਣੇ ਹੁਣ। ਉਹਨਾਂ ਨੇ ਜਿਹੜਾ ਲੋਕ ਬਹੁਤ ਤੰਗ ਆ, ਆਪਣੇ ਰੇਤਾ ਨਹੀਂ ਚੱਲ ਰਹੀ, ਦੇਖੋ ਆਪਾਂ ਵੀ ਜੇ ਰੇਤਾ ਮੰਨ ਲਓ ਤੁਹਾਡਾ ਕੋਈ ਮਕਾਨ ਚੱਲਦਾ ਵਿੱਚ ਵਿਚਾਲੇ ਰੁਕ ਜੇ, ਕੀ ਕਰਾਂਗੇ? ਉਹ ਕੋਈ ਆਪਾਂ ਕਹਿੰਦੇ ਲੇਕਿਨ ਪਰ ਅਸੀਂ 2 ਮਿੰਟ ਸਿਰਫ 2 ਮਿੰਟ ਚਲੋ ਥੋੜੇ ਸਲੋ ਚੱਲ ਜਾਣਾ ਮੈਡਮ, Slow। ਅਸੀਂ ਕਿਸੇ ਦੇ ਪੇਟ ਤੇ ਲੱਤ ਨਹੀਂ ਕੋਈ ਮਾਰਨੀ। ਨਹੀਂ, ਉਹ ਕਰਵਾ ਦੇਣੇ ਸਾਰੀਆਂ। ਇਹ ਪਾਣੀ ਛੜਕ ਕੇ ਰੱਖਣਗੇ, ਮਿੱਟੀ ਘੱਟੇ ਦਾ ਵੀ ਮੈਂ ਪ੍ਰਬੰਧ ਕਰਵਾਉਣੀ ਇੱਕ ਗੱਲ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ, ਜਦੋਂ ਲੇਡੀਜ਼ ਜਾਂਦੀ ਹੈ ਦੇਖ ਕੇ ਹੋਰਨ ਮਾਰਦੇ ਬੱਚੇ ਫੋਨ ਇਹਨਾਂ ਨੇ ਕਰਨਾ ਤੇ ਲੱਗਿਆ ਪਿਆ। ਵੀ ਜਾਂਦੇ ਆ ਕਿ ਸਾਨੂੰ ਵੀ, ਅਸੀਂ ਵੀ ਫੈਮਲੀਆਂ ਵਾਲੇ ਆ, ਇਹ ਨਹੀਂ ਆ ਵੀ ਉਹ ਵੀ ਫੈਮਲੀਆਂ ਵਾਲੇ, ਲਿਮਟ ਵਿੱਚ ਰਹਿਣਾ ਚਾਹੀਦਾ। ਸਮਝਾ ਦੇ ਸਾਰੀ ਚੀਜ਼ਾਂ। ਇਹ ਪ੍ਰਸ਼ਾਸਨ ਆਪੇ ਸਮਝਾਊਗਾ ਕਿ ਵੀ ਪਰਿਵਾਰਾਂ ਦੇ ਵਿੱਚ ਦੀ ਲੰਘਣਾ ਕਿਵੇਂ, ਇਹ ਤੁਹਾਡੀ ਡਿਊਟੀ ਆ। ਕਿਸੇ ਦੇ ਫੋਨ ਕਰਨ ਦੇ ਲੱਗੇ ਹੋਏ ਆ, ਉਹ ਉਦਾਂ ਹੀ ਡਰਾਈਵਿੰਗ ਦੇ ਵਿੱਚ ਮਾੜੇ ਆ। ਹੋਰਨ ਇੱਥੋਂ ਕੋਈ ਨਾ, ਹੋਰਨ ਚਲੋ ਮਾਰਨਾ ਪੈਂਦਾ ਕਿ ਕੋਈ ਥੱਲੇ ਨਾ ਆ ਜਾਏ। ਗਾਣੇ ਸ਼ਾਣੇ ਕੋਈ ਨਹੀਂ ਚੱਲਦੇ ਹੋਣੇ ਚਾਹੀਦੇ, ਸਪੀਡ ਦੀ ਲਿਮਟ ਹੋਣੀ ਚਾਹੀਦੀ ਤੇ ਅੱਪਰ ਬਾਡੀ ਵਾਲੇ ਨੂੰ ਹੋਰਨ ਪਾਸੇ ਕਰ ਦਿਓ। ਠੀਕ ਹੈ ਜੀ, ਕੋਈ ਟੌਪ ਬਾਡੀ ਭਰੀ ਹੋਈ ਨਾ ਤੇਜ਼ ਬਹੁਤ ਲਿਆਉਂਦੇ ਆ ਤਾਂ ਮਿੱਟੀ ਦਰਖਤਾਂ ਵੱਲ ਹੋਣਾ। ਠੀਕ ਹੈ ਜੀ, ਅਸੀਂ ਹਰ ਪਿੰਡ ਦੇ ਵਿੱਚ ਜਿੱਦਾਂ ਸਾਰੇ ਵਲੰਟੀਅਰ, ਸਾਰੇ ਬੀਬੀਆਂ ਭੈਣਾਂ ਬੱਚਿਆਂ ਨੂੰ ਇਸ ਪਾਸੇ ਲਾਓ। ਤੁਸੀਂ ਆਪਣੇ ਬੱਚਿਆਂ ਨੂੰ ਜਨਮ ਦਿਨ ਦੇ ਉੱਤੇ ਬੂਟਾ ਦਿਆ ਕਰੋ ਕਿ ਆਹ ਲਾਓ, ਇਹਨੂੰ ਦੇਖੋ, ਇਹਨੂੰ ਪਾਲੋ। ਇਹੋ ਜਿਹੀਆਂ ਚੀਜ਼ਾਂ ਪੈਦਾ ਹੋਣੀਆਂ। ਸਾਨੂੰ ਸਾਫ਼ ਸੁਥਰੇ ਪਾਣੀ ਦੇ ਨਾਲ ਨਾਲ ਹਵਾ ਵੀ ਸਾਫ਼ ਚਾਹੀਦੀ, ਸਭ ਕੁਝ। ਹੁਣ ਆਪਾਂ ਬਰਸਾਤ ਜਦ ਵੱਡੇ ਪੱਧਰ ਤੇ ਨਾ ਪਲਾਂਟੇਸ਼ਨ ਕਰਨੀ ਆ ਤੇ ਪੌਦੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ। ਸਰ ਜੀ ਇੱਧਰ ਲੱਗੇ ਸੀਗੇ ਬਹੁਤਾ ਘੱਟੇ ਨਾਲ ਟਰੱਕਾਂ ਦੇ ਦੇਖ ਲਓ ਟਿੱਪਰਾਂ ਨਾਲ ਇਹਨੂੰ ਆਪਾਂ ਨਾ ਠੀਕ ਕਰਾਂਗੇ ਸਾਰੇ ਕੁਝ ਨੂੰ।